मैं ਤੇ ਤਲਾਕ ਕਿੰਨੇ ਤਰ੍ਹਾਂ ਦਾ ਹੁੰਦਾ? तलाक जो शब्द है वो एक सिर्फ शब्द नहीं है, वो एक इस तरह की प्रक्रिया है जिस दे विच जदों कोई भी धिर पै जाती है तो अपना मानसिक सकून खो दिंदी है। ਜੇਕਰ ਜੁਡੀਸ਼ੀਅਲ ਸੈਪਰੇਸ਼ਨ ਕਾਮਯਾਬ ਨਹੀਂ ਹੁੰਦੀ ਕਿੰਨੇ ਕੁ ਚਿਰ ਦਾ ਇਹਦਾ ਸਮਾਂ ਹੁੰਦਾ? ਜੁਡੀਸ਼ੀਅਲ ਸੈਪਰੇਸ਼ਨ ਜਾਂ ਵਸਾਣ ਦਾ ਕੇਸ ਜਿਹੜਾ ਹੁੰਦਾ ਇਹਦੀ ਜਦੋਂ ਵੀ ਡਿਕਰੀ ਪਾਸ ਹੋ ਜਾਂਦੀ ਹੈ ਤਾਂ ਜਿਹੜੀ ਦੂਜੀ ਧਿਰ ਹੈ ਉਹ 1 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਉਡੀਕ ਸਕਦੀ ਹੈ ਆਪਣੇ ਪਤੀ ਜਾਂ ਪਤਨੀ ਤੋਂ ਇਲਾਵਾ ਕਿਸੇ ਹੋਰ ਨਾਲ ਵਿਵਾਹਿਕ ਸੰਬੰਧ ਬਣਾਉਂਦੇ ਹਨ, ਵਿਵਾਹਿਕ ਘੇਰੇ ਤੋਂ ਬਾਹਰ ਜਾ ਕੇ ਕਿਸੇ ਹੋਰ ਨਾਲ ਸੰਬੰਧ ਬਣਾਉਂਦੇ ਹਨ। ਇਹ ਇੱਕ ਗਰਾਊਂਡ ਹੈ ਤਲਾਕ ਲੈਣ ਵਾਸਤੇ। ਛੱਡ ਕੇ ਜਾਣਾ, ਜਦੋਂ ਇੱਕ ਧਿਰ ਦੂਜੇ ਧਿਰ ਨੂੰ 2 ਸਾਲ ਲਗਾਤਾਰ ਛੱਡ ਕੇ ਚਲੀ ਜਾਏ, 2 ਸਾਲ ਲਈ ਉਹਨਾਂ ਦਾ ਆਪਸ 'ਚ ਕੋਈ ਬੋਲਚਾਲ ਨਹੀਂ ਰਹਿੰਦੀ ਤਾਂ ਇਸ ਨੂੰ ਵੀ ਅਸੀਂ ਤਲਾਕ ਦਾ ਇੱਕ ਆਧਾਰ ਬਣਾ ਸਕਦੇ ਹਾਂ। ਦੇਖੋ ਕੇਸ ਚੱਲਦੇ ਦੇ ਵਿੱਚ ਹੀ ਕਈ ਵਾਰੀ ਕੋਈ ਵਿਆਹ ਕਰਾ ਲੈਂਦਾ, ਦੂਜੀ ਧਿਰ ਨੂੰ ਨਹੀਂ ਪਤਾ ਲੱਗਦਾ, ਭਾਵੇਂ ਉਹ ਲੜਕੀ ਹੋਵੇ ਭਾਵੇਂ ਲੜਕਾ, ਅਸੀਂ ਦੋਨੋਂ ਪੱਖ ਦੀ ਗੱਲ ਕਰਦੇ ਹਾਂ, ਨਹੀਂ ਪਤਾ ਲੱਗਦਾ ਤਾਂ ਉੱਥੇ ਕਿਹੜਾ ਕਾਨੂੰਨ ਲਾਗੂ ਹੁੰਦਾ? ਉਹ ਬਾਈਗੇਮੀ ਅਸੀਂ ਕਹਿੰਦੇ ਹਾਂ ਵੀ ਪਹਿਲੇ ਪਤੀ ਪਤਨੀ ਦੇ ਜਦ ਤੱਕ ਤਲਾਕ ਨਹੀਂ ਹੁੰਦਾ ਜਾਂ ਜਦ ਤੱਕ ਪਹਿਲਾ ਪਤਨੀ ਜਿੰਦਾ ਹੈ ਤੁਸੀਂ ਜਾ ਕੇ ਦੂਸਰਾ ਵਿਆਹ ਨਹੀਂ ਕਰਵਾ ਸਕਦੇ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪ੍ਰੋਗਰਾਮ ਵਕੀਲ ਦੀ ਸਲਾਹ, ਫ੍ਰੀ ਲੀਗਲ ਓਪੀਨੀਅਨ। ਪਿਛਲੇ ਹਫਤੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਕਿ ਹਿੰਦੂ ਮੈਰਿਜ ਐਕਟ ਦੇ ਵਿੱਚ ਕਿਸ ਤਰ੍ਹਾਂ ਦੇ ਕਾਨੂੰਨੀ ਦਾਅ ਪੇਚ ਨੇ, ਜਿਹਦੇ ਬਾਰੇ ਤੁਹਾਨੂੰ ਵਿਸਥਾਰਤ ਐਡਵੋਕੇਟ ਮੈਡਮ ਰੁਪਿੰਦਰਪਾਲ ਕੌਰ ਨੇ ਸਾਰਾ ਕੁਝ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹੋ। ਲਵ ਮੈਰਿਜ ਬਾਰੇ ਵੀ ਅਸੀਂ ਉਸ ਦੇ ਵਿੱਚ ਗੱਲਬਾਤ ਕੀਤੀ, ਅਖੀਰ ਦੇ ਵਿੱਚ ਤੁਸੀਂ ਸੁਣਿਆ ਹੋਣਾ। ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਤਲਾਕ ਜਿਹੜਾ ਹੈ, ਪਹਿਲੀ ਗੱਲ ਤਾਂ ਹੋਣਾ ਨਹੀਂ ਚਾਹੀਦਾ, ਇਸ ਸਭ ਨੂੰ ਸਮਝਣ ਦੀ ਜ਼ਰੂਰਤ ਹੈ। ਪਰਿਵਾਰਾਂ ਦੇ ਵਿੱਚ ਜਦੋਂ ਤਲਾਕ ਦੀਆਂ ਗੱਲਾਂ ਚੱਲਦੀਆਂ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਗਿਣਤੀ ਜਿਹੜੀ ਆ ਉਹ ਅਦਾਲਤਾਂ ਭਰੀਆਂ ਹੋਈਆਂ ਨੇ, ਲੋਕ ਕਚਹਿਰੀਆਂ ਦੇ ਚੱਕਰ ਲਾ ਥੱਕ ਜਾਂਦੇ ਨੇ। ਅਸੀਂ ਇਹ ਪ੍ਰੋਗਰਾਮ ਇਸ ਲਈ ਲੈ ਕੇ ਆਏ ਹਾਂ ਕਿ ਜਿਹੜੀ ਅਧੂਰੀ ਜਾਣਕਾਰੀ ਹੈ ਉਹ ਹਮੇਸ਼ਾ ਖਤਰਨਾਕ ਹੁੰਦੀ ਹੈ। ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਕਿ ਜਦੋਂ ਤੁਹਾਡਾ ਕਾਨੂੰਨ ਦੇ ਨਾਲ ਵਾਹ ਵਾਸਤਾ ਪੈਂਦਾ ਹੈ, ਥਾਣੇ ਕਚਹਿਰੀਆਂ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਅਧਿਕਾਰ, ਤੁਹਾਡੇ ਰਾਈਟ ਕੀ ਨੇ। ਇਸ ਸਭ ਦੇ ਬਾਰੇ ਅਸੀਂ ਮੈਡਮ ਤੋਂ ਜਾਣਕਾਰੀ ਹਾਸਲ ਕਰਾਂਗੇ, ਤੁਹਾਨੂੰ ਦੱਸਣਗੇ ਕਿ ਇੱਕ ਪੁਆਇੰਟ ਨੂੰ ਲੈ ਕੇ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਕਾਨੂੰਨ ਨੂੰ ਵਰਤ ਸਕਦੇ ਹੋ ਜਾਂ ਕਾਨੂੰਨ ਦੇ ਜ਼ਰੀਏ ਕਿਸ ਤਰ੍ਹਾਂ ਤੁਸੀਂ ਤਲਾਕ ਲੈ ਸਕਦੇ ਹੋ, ਕੀ ਪ੍ਰੋਵੀਜ਼ਨ ਨੇ ਉਸ ਸਭ ਦੇ ਵਿੱਚ। ਮੈਡਮ ਤੁਹਾਡਾ ਸਵਾਗਤ ਹੈ D5 ਚੈਨਲ ਤੇ। ਧੰਨਵਾਦ ਸੁਖਵਿੰਦਰ ਜੀ ਫਿਰ ਤੋਂ ਦੁਬਾਰਾ ਮੈਨੂੰ ਮੌਕਾ ਦੇਣ ਦੇ ਲਈ। ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਮੈਂ ਇਹ ਕਹਾਂਗੀ, ਦੇਖੋ ਤਲਾਕ ਜੋ ਸ਼ਬਦ ਹੈ ਉਹ ਇੱਕ ਸਿਰਫ ਸ਼ਬਦ ਨਹੀਂ ਹੈ, ਉਹ ਇੱਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਜਦੋਂ ਕੋਈ ਵੀ ਧਿਰ ਪੈ ਜਾਂਦੀ ਹੈ ਤਾਂ ਆਪਣਾ ਮਾਨਸਿਕ ਸਕੂਨ ਖੋ ਦਿੰਦੀ ਹੈ। ਜਿਹੜੀ ਮੈਟਰੀਮੋਨੀਅਲ ਲਿਟੀਗੇਸ਼ਨ ਕਹੀਏ ਜਾਂ ਜਿਹੜੀ ਕਾਨੂੰਨੀ ਲੜਾਈ ਹੈ ਉਹ ਸਿਰਫ ਪਰਿਵਾਰ ਦੋਨਾਂ ਧਿਰਾਂ ਦੇ ਲਈ ਨਹੀਂ, ਉਹਨਾਂ ਦੇ ਪਰਿਵਾਰਾਂ ਲਈ ਵੀ ਬਹੁਤ ਮਾਨਸਿਕ ਪਰੇਸ਼ਾਨੀ ਤੋਂ ਗੁਜ਼ਰਨ ਵਾਲਾ ਦੌਰ ਹੈ। ਤੇ ਜੇ ਅਸੀਂ ਕਹੀਏ ਤਲਾਕ ਤੋਂ ਇਲਾਵਾ ਵੀ ਸਾਡੇ ਕੋਲ ਐਕਟ, ਹਿੰਦੂ ਮੈਰਿਜ ਐਕਟ ਦੇ ਵਿੱਚ 2 ਪ੍ਰੋਵੀਜ਼ਨਸ ਹੈਗੀਆਂ। ਵਸਾਣ ਦਾ ਕੇਸ ਜਿਵੇਂ ਆਪਾਂ ਸੈਕਸ਼ਨ 9 ਸੁਣਿਆ ਹੋਵੇਗਾ ਉਹਦੇ ਵਿੱਚ ਪਾਉਂਦੇ ਹਾਂ, ਜਾਂ ਜੁਡੀਸ਼ੀਅਲ ਤੌਰ ਤੇ ਅਸੀਂ ਸੈਪਰੇਟ ਹੋ ਸਕਦੇ ਹਾਂ ਥੋੜ੍ਹੇ ਟਾਈਮ ਦੇ ਲਈ, ਆਪਣੇ ਮਤਲਬ ਸੈਪਰੇਸ਼ਨ ਲੈ ਸਕਦੇ ਹਾਂ। ਮੈਂ ਉਹ ਤੁਹਾਨੂੰ ਵਿਸਥਾਰਪੂਰਵਕ ਦੱਸਾਂਗੀ ਵੀ ਹਰ ਜੋ ਅੱਜ ਕੱਲ੍ਹ ਅਸੀਂ ਦੇਖਿਆ ਤਲਾਕ ਜੋ ਮੇਰੇ ਕੋਲ ਕੇਸਿਸ ਆਉਂਦੇ ਹਨ ਜਾਂ ਜੋ ਰੂਟੀਨ ਦੇ ਵਿੱਚ ਮੈਂ ਆਪਣੇ ਪਿਛਲੇ 15 ਸਾਲ ਦੇ ਕੈਰੀਅਰ ਦੇ ਵਿੱਚ ਦੇਖਿਆ ਹੈ, ਤਾਂ ਕੀ ਹੁੰਦਾ ਜਾਂ ਤਾਂ ਧਿਰਾਂ ਦੇ ਵਿੱਚ ਮਾਪਿਆਂ ਦੀ ਇੰਟਰਫੇਰੈਂਸ ਜ਼ਿਆਦਾ ਹੁੰਦੀ ਹੈ ਜਾਂ ਇੱਕ ਉਹਨਾਂ ਦੇ ਵਿੱਚ ਈਗੋਇਸਟਿਕ ਬਹੁਤ ਹੋ ਗਏ ਹਨ। ਅੱਜ ਕੱਲ੍ਹ ਲੋਕ ਆਪਸ ਵਿੱਚ ਈਗੋ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਹੈ। ਮਤਲਬ ਬਹੁਤ ਛੋਟੀਆਂ ਗੱਲਾਂ ਹੁੰਦੀਆਂ ਹਨ ਜੋ ਕਿ ਜਦੋਂ ਕਚਹਿਰੀ ਪਹੁੰਚਦੀਆਂ ਹਨ ਤਾਂ ਇੱਕ ਦੂਜੇ 'ਤੇ ਚਿੱਕੜ ਉਛਾਲਦੇ ਇੰਨਾ ਲੰਬਾ ਪ੍ਰੋਸੈਸ ਹੋ ਜਾਂਦਾ ਹੈ ਜਿਹਦੇ ਵਿੱਚ ਦੋਨੋਂ ਧਿਰਾਂ ਆਪਣਾ ਮਾਨਸਿਕ ਤਣਾਅ, ਪੈਸਾ ਅਤੇ ਸਰੀਰਕ ਪਰੇਸ਼ਾਨੀਆਂ ਬਹੁਤ ਸਾਰਾ ਕੁਝ ਚੱਲਦੀਆਂ ਨੇ। ਤਾਂ ਵੈਸੇ ਤਾਂ ਇਹਨਾਂ ਚੀਜ਼ਾਂ ਤੋਂ ਦੂਰੀ ਹੀ ਬਣਾਈ ਰੱਖਣੀ ਚੰਗੀ ਹੈ। ਕੋਸ਼ਿਸ਼ ਕਰੋ ਕਿ ਆਪਣੇ ਘਰਾਂ ਦੇ ਵਿੱਚ ਐਡਜਸਟ ਕਰੋ, ਆਪਣੇ ਪਰਿਵਾਰਾਂ ਨੂੰ ਦੇਖੋ, ਆਪਣੇ ਬਜ਼ੁਰਗਾਂ ਨੂੰ ਦੇਖੋ ਕਿ ਉਹਨਾਂ ਨੇ ਸਾਂਝੇ ਪਰਿਵਾਰ ਕਿਵੇਂ ਚਲਾਏ ਹਨ। ਸੋ ਉਸ ਤੋਂ ਇਲਾਵਾ ਮੈਂ ਕਹਾਂਗੀ ਕਿ ਆਪਣੇ ਕੋਲ ਸੈਕਸ਼ਨ 9 ਵਸਾਣ ਦਾ ਕੇਸ ਹੈਗਾ ਜਿਹਦੇ ਵਿੱਚ ਅਸੀਂ ਵਸਾਣ ਦਾ ਕੇਸ ਪਾ ਸਕਦੇ ਹਾਂ। ਵਸਾਣ ਦੇ ਕੇਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਦੋਂ ਕੋਈ ਇੱਕ ਧਿਰ ਦੂਜੀ ਧਿਰ ਨੂੰ ਬਿਨਾਂ ਕਿਸੇ ਕਾਰਨ ਦੇ, ਬਿਨਾਂ ਕਿਸੇ ਵਾਜਬ ਕਾਰਨ ਦੇ, ਆਪਾਂ ਰੀਜ਼ਨੇਬਲ ਐਕਸਕਿਊਜ਼ ਕਿਹਾ ਜਾਂਦਾ, ਬਿਨਾਂ ਕਿਸੇ ਵਾਜਬ ਕਾਰਨ ਦੇ ਜਦੋਂ ਉਹ ਇੱਕ ਧਿਰ ਦੂਜੀ ਧਿਰ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਜਿਸ ਧਿਰ ਨੂੰ ਛੱਡ ਕੇ ਜਾਇਆ ਜਾਂਦਾ ਉਹ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰ ਸਕਦਾ ਹੈ ਕਿ ਇਹ ਮੈਨੂੰ ਮੇਰੀ ਜਿਹੜੀ ਹੈ ਮੇਰਾ ਘਰ ਦੁਬਾਰਾ ਵਸਾਇਆ ਜਾਏ, ਇਹ ਮੈਨੂੰ ਵਿਦਾਊਟ ਕਿਸੇ ਰੀਜ਼ਨ ਦੇ, ਕਿਸੇ ਵਾਜਬ ਕਾਰਨ ਦੇ ਮੈਨੂੰ ਛੱਡ ਕੇ ਚਲਾ ਗਿਆ ਹੈ, ਭਾਵੇਂ ਉਹ ਪਤੀ ਹੈ ਤੇ ਭਾਵੇਂ ਉਹ ਪਤੀ ਹੈ ਭਾਵੇਂ ਉਹ ਪਤਨੀ ਹੈ। ਹਾਂਜੀ, ਉਸ ਪਟੀਸ਼ਨ ਦੇ ਵਿੱਚ ਇਹ ਹੁੰਦਾ ਹੈ ਕਿ ਕਾਰਨ ਕੀ ਹੈ ਜਿਸ ਕਰਕੇ ਇੱਕ ਧਿਰ ਦੂਜੀ ਨੂੰ ਛੱਡ ਕੇ ਜਾ ਰਹੀ ਹੈ। ਜਿਹੜੀ ਛੱਡ ਕੇ ਜਾਏਗੀ ਉਹ ਧਿਰ ਉਹ ਕਾਰਨ ਦੱਸੇਗੀ, ਉਹ ਧਿਰ ਨੂੰ ਕਾਰਨ ਐਕਸਪਲੇਨ ਕਰਨਾ ਪੈਂਦਾ ਕਿ ਮੈਂ ਕਿਉਂ ਛੱਡ ਕੇ ਇਹਨੂੰ ਜਾ ਰਹੀ ਹਾਂ।
ਉਸ ਤੋਂ ਇਲਾਵਾ ਜੁਡੀਸ਼ੀਅਲ ਸੈਪਰੇਸ਼ਨ ਇੱਕ ਤਰੀਕਾ ਹੈਗਾ। ਜੁਡੀਸ਼ੀਅਲ ਸੈਪਰੇਸ਼ਨ ਆਪਣੇ ਕੋਲ ਸੈਕਸ਼ਨ 10 ਦਿੱਤਾ ਹੋਇਆ, ਉਹਦੇ ਵਿੱਚ ਆਪਾਂ ਨੂੰ ਕਿਹਾ ਹੋਇਆ ਕਿ ਜਦੋਂ ਸਾਨੂੰ ਲੱਗਦਾ ਹੈ ਕਿ ਦੋਨੋਂ ਧਿਰਾਂ ਦੀ ਆਪਸ 'ਚ ਨਹੀਂ ਬਣ ਰਹੀ, ਤੁਸੀਂ ਹਸਬੈਂਡ ਵਾਈਫ ਦਾ ਸਟੇਟਸ ਕਾਇਮ ਰੱਖ ਸਕਦੇ ਹੋ। ਤੁਸੀਂ ਬੀਇੰਗ ਅ ਹਸਬੈਂਡ ਵਾਈਫ ਇੱਕ ਸਟੇਟਸ ਕਾਇਮ ਰੱਖ ਸਕਦੇ ਹੋ, ਠੀਕ ਹੈ। ਤੁਸੀਂ ਵਿਵਾਹਿਕ ਸੰਬੰਧ ਆਪਸ ਵਿੱਚ ਨਹੀਂ ਬਣਾ ਸਕਦੇ, ਉਹ ਤੁਸੀਂ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕਰ ਸਕਦੇ ਹੋ ਕਿ ਸਾਡਾ ਸਟੇਟਸ ਤਾਂ ਹਸਬੈਂਡ ਵਾਈਫ ਦਾ ਰਹੇ, ਪਰ ਅਸੀਂ ਮੈਰਿਜ ਜਿਹੜੀ ਆਪਸ ਕੰਜ਼ੂਮੇਟ ਨਹੀਂ ਕਰਾਂਗੇ, ਅਸੀਂ ਜਿਹੜਾ ਹੈਗਾ ਵਿਵਾਹਿਕ ਸੰਬੰਧ ਨਹੀਂ ਬਣਾਵਾਂਗੇ। ਮਤਲਬ ਸੈਪਰੇਟ ਰਹਿ ਕੇ ਜਿਹੜਾ ਜੁਡੀਸ਼ੀਅਲ ਸੈਪਰੇਸ਼ਨ ਉਹ ਇੱਕ ਛੱਤ ਥੱਲੇ ਵੀ ਰਹਿ ਸਕਦੇ ਆ। ਜੁਡੀਸ਼ੀਅਲ ਸੈਪਰੇਸ਼ਨ ਦੇ ਵੀ ਇੱਕ ਛੱਤ ਥੱਲੇ ਵੀ ਰਹਿ ਸਕਦੇ ਆ। ਬਸ ਇਹ ਹੈ ਕਿ ਉਹਨਾਂ ਦਾ ਸਟੇਟਸ ਹਸਬੈਂਡ ਵਾਈਫ ਦਾ ਰਹਿੰਦਾ, ਇੱਕ ਦੂਜੇ ਦੀ ਜਿਹੜੀਆਂ ਮਤਲਬ ਡਿਊਟੀਜ਼ ਹੈ, ਆਬਲੀਗੇਸ਼ਨਸ ਆ, ਉਹ ਨਹੀਂ ਰਹਿੰਦੀਆਂ। ਉਹਨਾਂ ਦਾ ਹਸਬੈਂਡ ਵਾਈਫ ਦਾ ਸਿਰਫ ਇੱਕ ਸਟੇਟਸ ਰਹਿ ਜਾਂਦਾ। ਮਤਲਬ ਅਦਾਲਤ ਵੀ ਉਹਨਾਂ ਨੂੰ ਸਮਾਂ ਦਿੰਦੀ ਹੈ ਕਿ ਤੁਸੀਂ ਇੱਕ ਦੂਜੇ ਨੂੰ ਸਮਝੋ। ਬਿਲਕੁਲ। ਉਹ ਜੁਡੀਸ਼ੀਅਲੀ ਸੈਪਰੇਸ਼ਨ ਜਿਹੜੇ ਵਰਡ ਹੈ ਉਹੀ ਹੈ ਕਿ ਮਤਲਬ ਥੋੜੀ ਦੇਰ ਤੁਸੀਂ ਅਲੱਗ ਰਹਿ ਕੇ ਸੈਪਰੇਟ ਰਹਿ ਕੇ ਦੇਖ ਲਓ, ਅਗਰ ਕਿਤੇ ਰੀਕਨਸੀਲੀਏਸ਼ਨ ਹੁੰਦੀ ਹੋਏ ਤੁਸੀਂ ਮੁੜ ਤੇ ਜੁੜ ਸਕਦੇ ਹੋ। ਤੇ ਜੇਕਰ ਜੁਡੀਸ਼ੀਅਲ ਸੈਪਰੇਸ਼ਨ ਕਾਮਯਾਬ ਨਹੀਂ ਹੁੰਦੀ, ਕਿੰਨੇ ਕੁ ਚਿਰ ਦਾ ਇਹਦਾ ਸਮਾਂ ਹੁੰਦਾ ਹੈ? ਜੇ ਕਾਮਯਾਬ ਨਹੀਂ ਹੁੰਦੀ ਫਿਰ ਕੀ ਹੱਲ ਹੈ? ਦੇਖੋ, ਜੁਡੀਸ਼ੀਅਲ ਸੈਪਰੇਸ਼ਨ ਜਾਂ ਵਸਾਣ ਦਾ ਕੇਸ ਜਿਹੜਾ ਹੁੰਦਾ, ਇਹਦੀ ਜਦੋਂ ਵੀ ਡਿਕਰੀ ਪਾਸ ਹੋ ਜਾਂਦੀ ਹੈ ਤਾਂ ਜਿਹੜੀ ਦੂਜੀ ਧਿਰ ਹੈ ਉਹ 1 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਉਡੀਕ ਸਕਦੀ ਹੈ, ਇਸ ਨੂੰ ਲਾਗੂ ਕਰਵਾ ਸਕਦੀ ਹੈ। ਇਹਨੂੰ ਵੀ ਲਾਗੂ ਉਵੇਂ ਹੀ ਕਰਾਇਆ ਜਾਂਦਾ ਜਿਵੇਂ ਅਸੀਂ ਬਾਕੀ ਡਿਕਰੀਜ਼ ਜਿਹੜੀਆਂ ਕੋਰਟ ਤੋਂ ਫੈਸਲੇ ਲੈਂਦੇ ਉਹਨਾਂ ਨੂੰ ਲਾਗੂ ਕਰਵਾਉਂਦੇ ਹਾਂ। ਪਰ ਇਹਨਾਂ ਦੇ ਵਿੱਚ ਅਸੀਂ ਦੇਖੋ, ਹੁਣ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ, ਤੁਸੀਂ ਵਸਾਣ ਦੀ ਡਿਕਰੀ ਤਾਂ ਲੈ ਲੋਗੇ, ਪਰ ਤੁਸੀਂ ਕਿਸੇ ਨੂੰ ਧੱਕਾ ਨਹੀਂ ਕਰ ਸਕਦੇ ਵੀ ਤੁਸੀਂ ਜਾ ਕੇ ਉਹਦੇ ਨਾਲ ਰਹਿ, ਠੀਕ ਹੈ। ਅਗਰ ਉਹ ਫਿਰ ਵੀ ਨਹੀਂ ਆਉਂਦਾ ਤਾਂ ਤੁਹਾਡੇ ਕੋਲ 1 ਸਾਲ ਤੋਂ ਬਾਅਦ ਦੋਨਾਂ ਦੀ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ ਦੀ ਡਿਕਰੀ ਦੇ ਟਾਈਮ ਤੇ ਵੀ ਔਰ ਜੁਡੀਸ਼ੀਅਲ ਸੈਪਰੇਸ਼ਨ ਦੀ ਡਿਕਰੀ ਟਾਈਮ ਤੇ ਵੀ ਤੁਹਾਡੇ ਕੋਲ 1 ਸਾਲ ਬਾਅਦ ਇੱਕ ਗਰਾਊਂਡ ਆ ਜਾਂਦਾ ਤਲਾਕ ਫਾਈਲ ਕਰਨ ਦਾ, ਜੋ ਕਿ ਸੈਕਸ਼ਨ 13 ਦੇ ਵਿੱਚ ਸਪੈਸੀਫਿਕ ਕਲੌਜ਼ 1A ਦੇ ਵਿੱਚ B ਦੇ ਵਿੱਚ ਦਿੱਤੇ ਹੋਏ ਨੇ। ਤੇ ਤਲਾਕ ਕਿੰਨੇ ਤਰ੍ਹਾਂ ਦਾ ਹੁੰਦਾ? ਤਲਾਕ ਦੇਖੋ ਸੁਖਵਿੰਦਰ ਜੀ, ਤਲਾਕ ਜਿਹੜਾ ਹੈਗਾ ਇਹ ਅਸੀਂ ਜੇ ਮੋਟੇ ਤੌਰ ਤੇ ਕਹੀਏ ਤਾਂ 2 ਤਰ੍ਹਾਂ ਦਾ ਤਲਾਕ ਮੰਨਦੇ ਹਾਂ। ਇੱਕ ਜਿਹੜਾ ਜਦੋਂ ਧਿਰਾਂ ਦੇ ਵਿੱਚ ਲੜਾਈ ਚੱਲ ਰਹੀ ਹੁੰਦੀ ਹੈ ਤਾਂ ਉਹ ਫਾਈਲ ਕਰਦੀਆਂ ਨੇ, ਤੇ ਇੱਕ ਤਲਾਕ ਜੋ ਆਪਸੀ ਸਹਿਮਤੀ ਨਾਲ ਫਾਈਲ ਕਰਦੀਆਂ ਨੇ। ਜਿਹੜਾ ਤਲਾਕ ਅਸੀਂ ਕਹਿੰਦੇ ਹਾਂ ਕਿ ਧਿਰਾਂ ਜਿਹੜੀਆਂ ਜਦੋਂ ਉਹਨਾਂ ਦੀ ਆਪਸ ਲੜਾਈ ਚੱਲ ਰਹੀ ਹੁੰਦੀ ਹੈ ਫਾਈਲ ਕਰਦੀਆਂ ਨੇ, ਉਸ ਤਲਾਕ ਨੂੰ ਅਸੀਂ ਬਹੁਤ ਤਕਰੀਬਨ 9 ਜਾਂ 11 ਕੈਟਾਗਰੀ ਦੇ ਵਿੱਚ ਅਸੀਂ ਵੰਡ ਸਕਦੇ ਹਾਂ। ਜਿਹਦੇ ਵਿੱਚ ਜਿਹੜਾ ਅਸੀਂ ਆਪਸੀ ਸਹਿਮਤੀ ਨਾਲ ਤਲਾਕ ਲੈਣ ਦੀ ਗੱਲ ਕਰਦੇ ਹਾਂ, ਉਹ ਜਿਹੜਾ ਤਲਾਕ ਹੈ ਉਹ 13B ਦੇ ਵਿੱਚ ਦਿੱਤਾ ਹੋਇਆ ਹੈ। ਤੇ ਜੋ ਸੈਕਸ਼ਨ 13 ਦੇ ਵਿੱਚ ਗਰਾਊਂਡਸ ਦਿੱਤੇ ਹਨ ਉਹ ਬਹੁਤ ਸਾਰੇ ਗਰਾਊਂਡਸ ਹਨ, ਜਿਹਦੇ ਵਿੱਚੋਂ ਜਿਹੜਾ ਪਹਿਲਾ ਸੈਕਸ਼ਨ ਹੈਗਾ 1A ਜਿਹੜਾ ਹੈ ਹਸਬੈਂਡ ਵਾਈਫ ਦੋਨਾਂ ਕੋਲ ਹੁੰਦਾ, ਔਰ ਜਿਹੜੇ 2A ਦੇ ਵਿੱਚ ਕੁਝ ਅਲੱਗ ਤੋਂ ਗਰਾਊਂਡਸ ਦਿੱਤੇ ਹੋਏ ਹਨ। ਵਾਈਫ ਦੇ ਲਈ 4 ਗਰਾਊਂਡਸ ਅਲੱਗ ਤੋਂ ਹੋਰ ਦਿੱਤੇ ਹੋਏ ਹਨ ਜਿਨ੍ਹਾਂ ਤੇ ਉਹ ਤਲਾਕ ਲੈ ਸਕਦੀ ਹੈ। ਤੇ ਮੈਂ ਤੁਹਾਨੂੰ ਥੋੜਾ ਜ਼ਿਆਦਾ ਇਹਨੂੰ ਵਿਸਥਾਰਪੂਰਵਕ ਦੱਸ ਦਿੰਦੀ ਹਾਂ। ਜਿਵੇਂ ਸਭ ਤੋਂ ਪਹਿਲਾ ਗਰਾਊਂਡ ਆਪਣੇ ਕੋਲ ਜਿਹੜਾ ਤਲਾਕ ਦੇ ਵਿੱਚ ਹੈ ਉਹ ਐਡਲਟਰੀ ਹੈ। ਐਡਲਟਰੀ ਦਾ ਮਤਲਬ ਹੈ ਜਦੋਂ ਇੱਕ ਧਿਰ ਆਪਣੇ ਪਤੀ ਜਾਂ ਪਤਨੀ ਤੋਂ ਇਲਾਵਾ ਕਿਸੇ ਹੋਰ ਨਾਲ ਵਿਵਾਹਿਕ ਸੰਬੰਧ ਬਣਾਉਂਦੇ ਹਨ, ਵਿਵਾਹਿਕ ਘੇਰੇ ਤੋਂ ਬਾਹਰ ਜਾ ਕੇ ਕਿਸੇ ਹੋਰ ਨਾਲ ਸੰਬੰਧ ਬਣਾਉਂਦੇ ਹਨ, ਇਹ ਇੱਕ ਗਰਾਊਂਡ ਹੈ ਤਲਾਕ ਲੈਣ ਵਾਸਤੇ। ਪਹਿਲਾਂ ਇਹ IPC ਦੇ ਵਿੱਚ ਪਨਿਸ਼ਮੈਂਟ ਵੀ ਇਹਦੇ ਲਈ ਪ੍ਰੋਵੀਜ਼ਨ ਦਿੱਤੀ ਹੋਈ ਸੀ, ਪਰ ਹੁਣ ਖਤਮ ਕਰ ਦਿੱਤੀ ਗਈ ਹੈ। ਤੇ ਉਸ ਤੋਂ ਇਲਾਵਾ ਦੂਜਾ ਜੇ ਅਸੀਂ ਕਹੀਏ ਤਾਂ ਇੱਕ ਗਰਾਊਂਡ ਹੋਰ ਆਪਾਂ ਕਹਿ ਸਕਦੇ ਹਾਂ, ਉਹ ਹੈਗਾ ਕੁਰੈਲਟੀ। ਜਿਹੜਾ ਇੱਕ ਕੁਰੈਲਟੀ ਗਰਾਊਂਡ ਹੈ, ਜਿਹਨੂੰ ਅਸੀਂ ਕਰੂਰਤਾ ਵੀ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ, ਇਹ ਬਹੁਤ ਹੀ ਵਾਈਡ ਗਰਾਊਂਡ ਹੈ। ਇਹਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ। ਕੁਰੈਲਟੀ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਮੈਂਟਲ ਕੁਰੈਲਟੀ, ਫਿਜ਼ੀਕਲ ਕੁਰੈਲਟੀ, ਹੈਰਾਸਮੈਂਟ, ਡੋਰੀ ਦੀ ਡਿਮਾਂਡਸ ਜਿਹੜੀਆਂ ਅਸੀਂ ਕਹਿ ਸਕਦੇ ਹਾਂ, ਜਾਂ ਵਾਈਫ ਵੱਲੋਂ ਹਸਬੈਂਡ ਦੀ ਨੂੰ ਅਬਿਊਜ਼ ਕਰਨਾ ਪਬਲਿਕਲੀ, ਬਹੁਤ ਸਾਰੀਆਂ ਛੋਟੀਆਂ ਚੀਜ਼ਾਂ ਦੋਨੋਂ ਧਿਰਾਂ ਦੀਆਂ ਸਟੇਟਸ ਨੂੰ ਦੇਖਦੇ, ਪਾਰਟੀਜ਼ ਦਾ ਆਪਸ ਬਿਹੇਵੀਅਰ ਦੇਖਦੇ ਹੋਏ, ਉਹਨਾਂ ਦਾ ਜੌਬ ਪ੍ਰੋਫਾਈਲ ਦੇਖਦੇ ਹੋਏ, ਬਹੁਤ ਸਾਰੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੁਰੈਲਟੀ ਦੀ ਡੈਫੀਨੇਸ਼ਨ ਦੇ ਵਿੱਚ ਆਉਂਦੀਆਂ ਹਨ। ਇਹ ਇੱਕ ਬਹੁਤ ਵਿਸਤਾਰਪੂਰਵਕ ਟਰਮ ਹੈ ਜਿਸਦਾ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਗੇ ਆਉਣ ਵਾਲੇ ਟਾਈਮ 'ਚ ਮੈਨੂੰ ਬਹੁਤ ਡਿਟੇਲ ਦੇ ਵਿੱਚ ਦੱਸ ਸਕਾਂ, ਕਿਉਂਕਿ ਇਹਦੇ ਲਈ ਕਾਫੀ ਲੰਬਾ ਸਮਾਂ ਆਪਾਂ ਨੂੰ ਚਾਹੀਦਾ ਹੈ। ਤੇ ਇਸ ਤੋਂ ਇਲਾਵਾ ਜਿਹੜੀ ਹੈ ਤੀਜਾ ਗਰਾਊਂਡ ਜਿਹੜਾ ਆਪਾਂ ਲੈ ਕੇ ਚੱਲਦੇ ਉਹ ਡਿਜ਼ਰਸ਼ਨ ਹੁੰਦਾ, ਛੱਡ ਕੇ ਜਾਣਾ। ਜਦੋਂ ਇੱਕ ਧਿਰ ਦੂਜੇ ਧਿਰ ਨੂੰ 2 ਸਾਲ ਲਗਾਤਾਰ ਛੱਡ ਕੇ ਚਲੀ ਜਾਂਦੀ, 2 ਸਾਲ ਲਈ ਉਹਨਾਂ ਦਾ ਆਪਸ 'ਚ ਕੋਈ ਬੋਲਚਾਲ ਨਹੀਂ ਰਹਿੰਦੀ, ਤਾਂ ਇਸ ਨੂੰ ਵੀ ਅਸੀਂ ਤਲਾਕ ਦਾ ਇੱਕ ਆਧਾਰ ਬਣਾ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਕੋਈ ਧਰਮ ਪਰਿਵਰਤਨ ਕਰ ਲੈਂਦਾ ਹੈ, ਜਾਂ ਜਿਵੇਂ ਪਹਿਲਾਂ ਆਪਣੇ ਸਮਾਜ ਵਿੱਚ ਅਸੀਂ ਦੇਖੇ ਸੀ ਵੀ ਸੰਨਿਆਸੀ ਬਣ ਜਾਂਦੇ ਸੀ ਲੋਕ, ਸੰਸਾਰ ਨੂੰ ਤਿਆਗ ਕੇ ਚਲੇ ਜਾਂਦੇ ਸੀਗੇ, ਉਹ ਵੀ ਡਿਵੋਰਸ ਦਾ ਇੱਕ ਗਰਾਊਂਡ ਹੈਗਾ ਸਾਡੇ ਕੋਲ। ਉਸ ਤੋਂ ਇਲਾਵਾ ਜਦੋਂ ਕੋਈ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਜਿਵੇਂ ਅਸੀਂ ਕਹਿੰਦੇ ਸਿਜ਼ੋਫਰੇਨੀਆ, ਅਸੀਂ ਕਹਿੰਦੇ ਪਾਗਲਪਨ ਦੇ ਦੌਰੇ ਪੈਂਦੇ ਹਨ, ਉਹ ਵੀ ਤਲਾਕ ਦਾ ਇੱਕ ਗਰਾਊਂਡ ਹੋ ਸਕਦਾ ਹੈ। ਇਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਕੋਡ, ਪਹਿਲਾਂ ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਇਹਨਾਂ ਬਿਮਾਰੀਆਂ ਨੂੰ ਅਸੀਂ ਕਿਉਰ ਕਰ ਲੈਂਦੇ ਹਾਂ, ਪਹਿਲਾਂ ਇਹਨਾਂ ਦਾ ਕੋਈ ਇਲਾਜ ਨਹੀਂ ਸੀ, ਤਾਂ ਉਹਨਾਂ ਸਮੇਂ ਦੇ ਦੌਰਾਨ ਜਿਵੇਂ ਕੋਡ ਹੈ ਉਹ ਵੀ ਇੱਕ ਤਲਾਕ ਦਾ ਮਤਲਬ ਗਰਾਊਂਡ ਬਣ ਸਕਦਾ ਹੈ। ਜਾਂ ਕੋਈ ਕਮਿਊਨੀਕੇਬਲ ਡਿਜ਼ੀਜ਼ ਹੈ ਜਿਹੜੀ ਹਸਬੈਂਡ ਤੋਂ ਵਾਈਫ ਨੂੰ ਹੋ ਸਕਦੀ ਹੈ, ਵਾਈਫ ਨੂੰ ਖਤਰਾ ਹੈ, ਜਾਂ ਵਾਈਫ ਤੋਂ ਹਸਬੈਂਡ ਨੂੰ ਹੋ ਸਕਦੀ ਉਸ ਨੂੰ ਖਤਰਾ ਹੈ, ਉਹ ਤਲਾਕ ਦਾ ਗਰਾਊਂਡ ਬਣ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਇਹ ਹੁੰਦਾ ਕਿ ਕਈ ਵਿਅਕਤੀ ਜਿਵੇਂ ਚਲੇ ਜਾਂਦੇ ਹਨ ਘਰ ਤੋਂ, ਔਰ 7-7 ਸਾਲ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ, ਉਹ ਜਿੰਦੇ ਹਨ ਜਾਂ ਨਹੀਂ, ਉਹਨਾਂ ਦਾ ਕੋਈ
ਖੈਰ ਖਬਰ ਹੁੰਦੀ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਵੀ ਅਸੀਂ ਉਹ ਤਲਾਕ ਫਾਈਲ ਕਰ ਸਕਦੇ ਹਾਂ। ਤੇ ਇਹ ਸੁਖਵਿੰਦਰ ਜੀ ਇਹ ਮੇਨ ਸੈਕਸ਼ਨ 1 ਦੇ ਵਿੱਚ ਜਿਹੜੇ ਗਰਾਊਂਡ ਦਿੱਤੇ ਹੋਏ ਸੀਗੇ ਉਹ ਸਹੀ। ਇਸ ਤੋਂ ਇਲਾਵਾ ਜਿਹੜਾ ਹੈ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜੁਡੀਸ਼ੀਅਲ ਸੈਪਰੇਸ਼ਨ ਔਰ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ ਦੀ ਡਿਕਰੀ ਲੈਣ ਤੋਂ ਬਾਅਦ ਸਾਲ ਜੇ ਦੋਨੋਂ ਧਿਰਾਂ ਦੇ ਵਿੱਚ ਕੋਈ ਵਿਵਾਹਿਕ ਸੰਬੰਧ ਨਹੀਂ ਬਣਦਾ ਤਾਂ ਵੀ ਉਹ ਤਲਾਕ ਲੈ ਸਕਦੀਆਂ ਹਨ। ਤੇ ਜਿਹੜੀ ਲੜਕੀ ਹੈ ਜਾਂ ਕੋਈ ਲੇਡੀ ਹੈ ਉਸ ਨੂੰ ਤਲਾਕ ਦੇ ਵਾਸਤੇ ਜਿਹੜੇ ਹੈ ਅੱਗੇ 4 ਗਰਾਊਂਡਸ ਹੋਰ ਦਿੰਦਾ ਹੈ ਸੈਕਸ਼ਨ 2A ਜਿਹੜਾ ਹੈਗਾ ਉਹਦੇ ਵਿੱਚ ਕੀ ਦਿੱਤਾ ਹੋਇਆ। ਸਭ ਤੋਂ ਪਹਿਲਾਂ ਇਹ ਹੈ ਕਿ ਕੋਈ ਵੀ ਲੇਡੀ ਜਦੋਂ ਇਹ ਐਕਟ ਕਮੈਂਸ ਹੋਇਆ ਸੀਗਾ 1955 ਅਗਰ ਉਸ ਤੋਂ ਪਹਿਲਾਂ ਉਹਦੇ ਹਸਬੈਂਡ ਨੇ ਵਿਆਹ ਕਰਵਾਇਆ ਹੋਇਆ ਸੀ ਔਰ ਉਹਨੇ ਐਕਟ ਕਮੈਂਸ ਹੋਣ ਤੋਂ ਬਾਅਦ ਇਸ ਲੇਡੀ ਨਾਲ ਵਿਆਹ ਕਰਾਇਆ ਪਰ ਉਹਦੀ ਫਰਸਟ ਵਾਈਫ ਜਿੰਦੀ ਹੈ ਤਾਂ ਉਹ ਤਲਾਕ ਲੈ ਸਕਦੀ ਹੈ। ਜੇ ਉਸਦੇ ਹਸਬੈਂਡ ਨੂੰ ਰੇਪ ਜਾਂ ਕਿਸੇ ਹੋਰ ਇਹੋ ਜਿਹੇ ਆਫੈਂਸ ਦੇ ਵਿੱਚ ਸਜ਼ਾ ਹੋ ਜਾਂਦੀ ਹੈ ਤਾਂ ਉਹ ਤਲਾਕ ਲੈ ਸਕਦੀ ਹੈ। ਜੇ ਮੇਨਟੇਨੈਂਸ ਦੀ ਡਿਕਰੀ ਜਿਹੜੀ ਪਾਸ ਕੀਤੀ ਗਈ ਹੈ ਉਹ 1 ਸਾਲ ਹੋ ਗਿਆ ਉਸ ਡਿਕਰੀ ਨੂੰ ਪਾਸ ਹੋਣ ਤੇ ਫਿਰ ਵੀ ਉਹਨਾਂ ਦੋਨਾਂ ਦੇ ਵਿੱਚ ਆਪਸੀ ਵਿਵਾਹਿਕ ਸੰਬੰਧ ਨਹੀਂ ਬਣ ਸਕੇ ਤਾਂ ਇਹ ਤਲਾਕ ਦਾ ਆਧਾਰ ਬਣ ਸਕਦਾ ਹੈ। ਤੇ ਉਸ ਤੋਂ ਇਲਾਵਾ ਅਸੀਂ ਇਹ ਕਹਿ ਸਕਦੇ ਹਾਂ ਜਿਹੜੀ ਲੜਕੀ ਦੀ 15 ਸਾਲ ਦੇ ਵਿੱਚ ਵਿਆਹ ਹੋ ਜਾਂਦਾ ਹੈ ਤਾਂ ਉਹ 18 ਸਾਲ ਤੋਂ ਪਹਿਲਾਂ ਆਪਣੇ ਵਿਆਹ ਦੇ ਨੂੰ ਤਲਾਕ ਲੈ ਸਕਦੀ ਹੈ ਪਰ 18 ਸਾਲ ਤੋਂ ਬਾਅਦ ਨਹੀਂ ਜੀ। ਇੱਕ ਆਧਾਰ ਬਣਾ ਕੇ ਇਹ ਦੱਸੋ ਕਿ ਡਾਈਵੋਰਸ ਪਟੀਸ਼ਨ ਜਿਹੜੀ ਹੈ ਉਹ ਵਿਆਹ ਤੋਂ ਕਿੰਨੇ ਸਮੇਂ ਬਾਅਦ ਪਾਈ ਜਾ ਸਕਦੀ ਹੈ। ਦੂਜੀ ਗੱਲ ਇਹ ਕਿ ਨਾਲ ਇਹ ਵੀ ਜੋੜ ਦਿਓ ਕਿ ਹਸਬੈਂਡ ਤੇ ਵਾਈਫ ਜਿੱਥੇ ਹਸਬੈਂਡ ਰਹਿੰਦਾ ਹੈ ਉਹ ਆਪਣੇ ਨਜ਼ਦੀਕੀ ਕੋਰਟ ਵਿੱਚ ਜਾਂ ਵਾਈਫ ਜਿੱਥੇ ਰਹਿੰਦੀ ਹੈ ਉੱਥੇ ਇਹ ਵੀ ਕੋਈ ਹੈ ਇਸ ਦੇ ਵਿੱਚ ਪ੍ਰੋਵੀਜ਼ਨ? ਹਾਂਜੀ ਸੁਖਵਿੰਦਰ ਜੀ ਇੱਕ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਇਹਦੇ ਵਿੱਚ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਸੀਗੇ ਤਲਾਕ ਬਾਰੇ ਤੁਸੀਂ ਹੁਣ ਮੈਨੂੰ ਪੁੱਛਿਆ ਤਾਂ ਤਲਾਕ ਜਿਹੜਾ ਹੈਗਾ ਇਹ ਘੱਟੋ ਘੱਟ 1 ਸਾਲ ਤੋਂ ਬਾਅਦ ਹੀ ਪਾਉਣ ਦੀ ਪ੍ਰੋਵੀਜ਼ਨ ਹੈ ਲਾਅ ਦੇ ਵਿੱਚ। ਇੱਕ ਸੈਕਸ਼ਨ 14 ਦੇ ਵਿੱਚ 1 ਸਾਲ ਦੀ ਸੈਪਰੇਸ਼ਨ ਚਾਹੀਦੀ 1 ਸਾਲ ਦੀ ਨਹੀਂ ਸੈਪਰੇਸ਼ਨ ਨਹੀਂ ਮਤਲਬ ਘੱਟੋ ਘੱਟ 1 ਸਾਲ ਤੋਂ ਬਾਅਦ ਹੀ ਤੁਸੀਂ ਕੋਈ ਤਲਾਕ ਦਾ ਕੇਸ ਪਾ ਸਕਦੇ ਹੋ। ਸੈਪਰੇਟ ਹੋਣਾ ਜਿਹੜਾ 1 ਸਾਲ ਦੀ ਸੈਪਰੇਸ਼ਨ ਹੈ ਉਹ 13B ਦੇ ਵਿੱਚ 13B ਬਾਰੇ ਮੈਂ ਦੱਸ ਰਹੀ ਸੀ ਕਿ 13B ਜਿਹੜਾ ਤਲਾਕ ਹੈ ਉਹ ਹੈਗਾ ਜਦੋਂ ਆਪਸੀ ਸਹਿਮਤੀ ਨਾਲ ਦੋਨੋਂ ਧਿਰਾਂ ਰਾਜ਼ੀ ਹੋ ਜਾਂਦੀਆਂ ਹਨ ਆਪਸ ਦੇ ਵਿੱਚ ਵੀ ਅਸੀਂ ਨਹੀਂ ਰਹਿਣਾ ਉਹਨਾਂ ਦੇ ਆਪਸੀ ਜਿਹੜੇ ਸੈਟਲਮੈਂਟ ਹੋ ਜਾਂਦੀ ਹੈ ਉਹਦੇ ਵਿੱਚ ਉਹ 1 ਸਾਲ ਜਾਂ ਉਸ ਤੋਂ ਵੱਧ ਸਮੇਂ ਤੋਂ ਅਲੱਗ ਰਹਿ ਰਹੀਆਂ ਹੁੰਦੀਆਂ ਤਾਂ ਤਲਾਕ ਫਾਈਲ ਕਰ ਸਕਦੀਆਂ ਹਨ। ਤੇ ਉਹ ਤਲਾਕ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਪੇਸ਼ੀ ਪਹਿਲਾਂ 6 ਮਹੀਨੇ ਬਾਅਦ ਹੁੰਦੀ ਹੈ। 6 ਮਹੀਨੇ ਦਾ ਜਿਹੜਾ ਟਾਈਮ ਹੈ ਪਾਰਟੀਜ਼ ਨੂੰ ਰੀਕਨਸੀਲੀਏਸ਼ਨ ਵਾਸਤੇ ਦਿੱਤਾ ਜਾਂਦਾ ਹੈ ਤੇ ਉਹ ਟਾਈਮ ਜਿਹੜਾ ਵੱਧ ਤੋਂ ਵੱਧ 18 ਮਹੀਨੇ ਵਾਸਤੇ ਵਧਾਇਆ ਵੀ ਜਾ ਸਕਦਾ ਹੈ ਕੋਰਟ ਵਧਾ ਸਕਦਾ ਹੈ ਜੇ ਉਹਨੂੰ ਲੱਗਦਾ ਕਿਤੇ ਦੋਨੋਂ ਧਿਰਾਂ ਸਾਈਲ ਕਰ ਸਕਦੀਆਂ ਨੇ। ਨਹੀਂ ਉਹਦੇ ਲਈ ਪਹੁੰਚ ਕੌਣ ਕਰਦਾ? ਉਹਦੇ ਲਈ ਮੁੰਡੇ ਵਾਲਿਆਂ ਵੱਲੋਂ ਪਹੁੰਚ ਹੁੰਦੀ ਹੈ ਜਾਂ ਕੁੜੀ ਵਾਲਿਆਂ ਵੱਲੋਂ ਕਿ ਸਾਨੂੰ ਹੋਰ ਸਮਾਂ ਆਪਸੀ ਸਹਿਮਤੀ ਮੈਂ ਤੁਹਾਨੂੰ ਇਹ ਦੱਸ ਰਹੀ ਆਪਸੀ ਸਹਿਮਤੀ ਨਾਲ ਤਲਾਕ ਫਾਈਲ ਕਰ ਦਿੰਦੇ ਆ। ਪਹਿਲੀ ਮੋਸ਼ਨ ਦੀ ਸਟੇਟਮੈਂਟ ਰਿਕਾਰਡ ਹੋ ਜਾਂਦੀ ਹੈ ਜਾਂ ਕੋਰਟ ਜਾਂ ਕਿਸੇ ਮੀਡੀਏਟਰ ਨੂੰ ਇਹ ਲੱਗਦਾ ਹੈ ਕਿ ਨਹੀਂ ਇਹਨਾਂ ਦਾ ਆਪਸ ਵਿੱਚ ਰੀਕਨਸੀਲੀਏਸ਼ਨ ਹੋ ਸਕਦੀ ਹੈ ਤਾਂ ਉਹ ਤਾਂ ਹੀ 6 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਹੈ ਕਿ ਇਹਨਾਂ ਦੀ ਅਗਰ ਰੀਕਨਸੀਲੀਏਸ਼ਨ ਹੋ ਜਾਂਦੀ ਹੈ ਠੀਕ ਹੈ ਨਹੀਂ ਤੇ ਦੂਜੇ ਮੋਸ਼ਨ ਦੀ ਸਟੇਟਮੈਂਟ 6 ਮਹੀਨੇ ਬਾਅਦ ਜਿਹੜੀ ਰਿਕਾਰਡ ਕੀਤੀ ਜਾਂਦੀ ਹੈ। ਪਰ ਇਹਦੇ ਵਿੱਚ ਅਗਰ ਕੋਰਟ ਚਾਹੇ ਜਾਂ ਧਿਰਾਂ ਚਾਹਣ ਤਾਂ ਉਹ ਇਸ ਨੂੰ ਸਮਾਂ ਅੱਗੇ ਇਸ ਸਮੇਂ ਨੂੰ ਵੱਧ ਤੋਂ ਵੱਧ 18 ਮਹੀਨੇ ਇਸ ਤੋਂ ਵੱਧ ਨਹੀਂ ਵਧਾ ਸਕਦੀਆਂ। ਇਸ ਔਰ ਇੱਕ ਗੱਲ ਹੋਰ ਵੀ ਹੈ ਜੇ ਅੱਜ ਕੱਲ੍ਹ ਸੁਪਰੀਮ ਕੋਰਟ ਦਾ ਲਾਅ ਹੈ ਜੇ ਕਿਸੇ ਧਿਰਾਂ ਦੀ ਆਪਸੀ ਕੋਈ ਪੁਰਾਣੀ ਲੜਾਈ ਝਗੜਾ ਚੱਲਦਾ ਆ ਰਿਹਾ ਜਿੱਥੇ ਵੀ ਰੀਕਨਸੀਲੀਏਸ਼ਨ ਦਾ ਕੋਈ ਵੀ ਚਾਂਸ ਨਹੀਂ ਹੈ ਤਾਂ ਉੱਥੇ ਇਹ 6 ਮਹੀਨੇ ਦਾ ਜਿਹੜਾ ਸਮਾਂ ਹੈ ਇਹਨੂੰ ਕੰਡੋਨ ਵੀ ਕੀਤਾ ਜਾ ਸਕਦਾ ਮਾਫ ਵੀ ਕੀਤਾ ਜਾ ਸਕਦਾ ਹੈ ਕਿ ਇੱਕ ਸਟੇਟਮੈਂਟ ਹੋਣ ਹੋਈ ਤੇ 1 ਮਹੀਨੇ 2 ਮਹੀਨੇ ਬਾਅਦ ਅਸੀਂ ਇੱਕ ਐਪਲੀਕੇਸ਼ਨ ਦੁਬਾਰਾ ਕੋਰਟ ਦੇ ਵਿੱਚ ਲਗਾਉਂਦੇ ਹਾਂ ਕਿ ਸਾਡਾ ਜਿਹੜਾ ਪਹਿਲਾਂ ਹੀ 4-5 ਸਾਲ 10 ਸਾਲ ਕਚਹਿਰੀ ਦੇ ਵਿੱਚ ਲੱਗ ਚੁੱਕੇ ਹਨ ਔਰ ਸਾਡੀ ਰੀਕਨਸੀਲੀਏਸ਼ਨ ਦਾ ਕੋਈ ਹੈ ਨਹੀਂ ਸਾਨੂੰ ਲੱਗ ਨਹੀਂ ਰਿਹਾ ਸਾਡੀ ਕਿਸੇ ਵੀ ਜਗ੍ਹਾ ਤੇ ਆਪਸੀ ਸਹਿਮਤੀ ਹੋਵੇਗੀ ਤੇ ਸਾਡੇ ਬੱਚਿਆਂ ਦਾ ਅਸੀਂ ਡਿਸਾਈਡ ਕਰ ਚੁੱਕੇ ਹਾਂ ਸਾਡਾ ਆਪਸ ਲੈਣ ਦੇਣ ਸਭ ਨਿਬੜ ਚੁੱਕਾ ਹੈ ਤਾਂ ਇਸ ਕਰਕੇ ਸਾਨੂੰ ਜਿਹੜਾ ਹੈ ਤਲਾਕ ਛੇਤੀ ਦਿੱਤਾ ਜਾਵੇ ਤਾਂ ਕਈ ਵਾਰ ਕੋਰਟ ਉਹਨਾਂ ਹਾਲਾਤਾਂ ਦੇ ਵਿੱਚ ਉਸ ਨੂੰ ਕੰਸੀਡਰ ਕਰਕੇ ਛੇਤੀ ਵੀ ਤਲਾਕ ਦੇ ਦਿੰਦੀ ਹੈ। ਤੇ ਜਿਹੜੀ ਤੁਸੀਂ ਗੱਲ ਕਰਦੇ ਸੀ ਪਟੀਸ਼ਨ ਫਾਈਲ ਕਰਨ ਦੀ ਉਹ ਮੈਂ ਤੁਹਾਨੂੰ ਦੱਸਿਆ ਵੀ 1 ਸਾਲ ਤੋਂ ਪਹਿਲਾਂ ਤਾਂ ਅਸੀਂ ਕੋਈ ਵੀ ਪਟੀਸ਼ਨ ਕੋਰਟ 'ਚ ਫਾਈਲ ਨਹੀਂ ਕਰ ਸਕਦੇ ਤਲਾਕ ਦੇ ਲਈ। ਤੇ ਜਿਹੜੀ ਪਟੀਸ਼ਨ ਫਾਈਲ ਕਰਨੀ ਆ ਉਹ ਜੋ ਕੋਈ ਵੀ ਧਿਰ ਮੈਂ ਜਿਵੇਂ ਪਿਛਲੇ ਸੈਸ਼ਨ 'ਚ ਦੱਸਿਆ ਸੀਗਾ ਕਿ ਜਿਹੜੀ ਜਿੱਥੇ ਦੋਨੋਂ ਹਸਬੈਂਡ ਵਾਈਫ ਦਾ ਵਿਆਹ ਹੋਇਆ ਹੋਵੇ ਜਿੱਥੇ ਰਿਸਪੋਂਡੈਂਟ ਰਹਿੰਦਾ ਹੋਵੇ ਜਿੱਥੇ ਦੋਨੋਂ ਹਸਬੈਂਡ ਵਾਈਫ ਦੇ ਤੌਰ ਤੇ ਇਕੱਠੇ ਰਹੇ ਹੋਣ ਠੀਕ ਹੈ ਉੱਥੇ ਉਹ ਤਲਾਕ ਫਾਈਲ ਕਰ ਸਕਦੇ ਹਨ। ਕਈ ਵਾਰੀ ਪਟੀਸ਼ਨਰ ਵੀ ਜਿੱਥੇ ਰਹਿੰਦੇ ਉੱਥੇ ਤਲਾਕ ਫਾਈਲ ਹੁੰਦਾ ਪਰ ਉੱਥੇ ਹਾਲਾਤ ਕੀ ਹੁੰਦੇ ਨੇ ਕਿ ਜਿਹੜਾ ਬੰਦਾ ਜੋ ਰਿਸਪੋਂਡੈਂਟ ਹੈ ਉਹ ਉਸ ਟੈਰੀਟਰੀ ਤੋਂ ਬਾਹਰ ਰਹਿੰਦਾ ਹੈ ਜਾਂ ਉਹਨੂੰ ਜਿਵੇਂ ਆਪਾਂ ਕਹਿ ਦਈਏ 7 ਸਾਲ ਤੋਂ ਕਿਸੇ ਨੇ ਦੇਖਿਆ ਨਹੀਂ ਸੁਣਿਆ ਨਹੀਂ ਉਹਦੇ ਬਾਰੇ ਕੁਝ ਪਤਾ ਨਹੀਂ ਤਾਂ ਪਟੀਸ਼ਨਰ ਉਹਦਾ ਕੋਈ ਐਡਰੈਸ ਕੋਈ ਚੀਜ਼ ਉਹਨੂੰ ਨਹੀਂ ਪਤਾ ਉਹਦਾ ਕੋਈ ਤਾਂ ਉਹ ਪਟੀਸ਼ਨਰ ਉੱਥੇ ਫਾਈਲ ਕਰ ਸਕਦੀ ਹੈ ਤਲਾਕ ਨੂੰ। ਮਤਲਬ ਜੇ ਕਿਸੇ ਮੁੰਡੇ ਨੇ ਤਲਾਕ ਲੈਣਾ ਤਾਂ ਉਹ ਜਿੱਥੇ ਰਹਿੰਦਾ ਉੱਥੋਂ ਤਲਾਕ ਦੀ ਫਾਈਲ ਉਸ ਨਜ਼ਦੀਕੀ ਕੋਰਟ ਵਿੱਚ ਜਾ ਕੇ ਕਰ ਸਕਦਾ ਨਹੀਂ ਉਹ ਪਰ ਦੋਨਾਂ ਦੀ ਸਹਿਮਤੀ ਨਾ ਉਹ ਮੈਂ ਤੁਹਾਨੂੰ ਇਹ ਦੱਸਿਆ ਜੇ ਕਿਸੇ ਮੁੰਡੇ ਨੇ ਤਲਾਕ ਲੈਣਾ ਹੈ ਤਾਂ ਉਹ ਤਲਾਕ ਫਾਈਲ ਕਰੇਗਾ ਜਿੱਥੇ ਦੋਨਾਂ ਦਾ ਵਿਆਹ ਹੋਇਆ ਹੋਏਗਾ ਜਾਂ ਜਿੱਥੇ ਉਹਦੀ ਪਤਨੀ ਰਹਿੰਦੀ ਹੋਏਗੀ ਰਿਸਪੋਂਡੈਂਟ ਰਹਿੰਦੀ ਹੋਏਗੀ ਜਾਂ ਜਿੱਥੇ ਉਹ ਦੋਨੋਂ ਹਸਬੈਂਡ ਵਾਈਫ ਦੇ ਤੌਰ ਤੇ ਅਖੀਰਲੇ ਸਮੇਂ 'ਚ ਰਹੇ ਹੋਣਗੇ। ਜਿਵੇਂ ਕਈ ਵਾਰ ਹੁੰਦਾ ਕਿ ਵਿਆਹ ਪਟਿਆਲਾ ਹੋਇਆ ਹੁੰਦਾ ਪਰ ਲੜਕਾ ਲੜਕੀ ਚੰਡੀਗੜ੍ਹ ਜਾ ਕੇ ਰਹਿ ਰਹੇ ਹੁੰਦੇ ਨੇ ਆਪਣੀ ਫੈਮਿਲੀ ਉੱਥੇ ਸੈਟਲਡ ਕੀਤੀ ਹੁੰਦੀ ਹੈ ਤਾਂ ਉਹ ਪਟਿਆਲਾ ਵੀ ਫਾਈਲ ਕਰ ਸਕਦੇ ਨੇ ਉੱਥੇ ਵੀ ਫਾਈਲ ਕਰ ਸਕਦੇ ਨੇ ਜਾਂ ਲੜਕੀ ਉਸ ਤੋਂ ਬਾਅਦ ਲੁਧਿਆਣਾ ਮੂਵ ਕਰ ਗਈ
ਤਾਂ ਲੜਕਾ ਲੁਧਿਆਣੇ ਜਾ ਕੇ ਵੀ ਕੇਸ ਫਾਈਲ ਕਰ ਸਕਦਾ ਹੈ। ਇਹ ਹੈ ਕੀ ਤਲਾਕ ਇੱਕ ਪਾਸੜ ਹੋ ਸਕਦਾ? ਕਈ ਵਾਰੀ ਇਦਾਂ ਹੁੰਦਾ ਕਿ ਪਤਨੀ ਨਹੀਂ ਦੇਣਾ ਚਾਹੁੰਦੀ ਜਾਂ ਪਤੀ ਨਹੀਂ ਦੇਣਾ ਚਾਹੁੰਦਾ ਤਲਾਕ, ਤਾਂ ਫਿਰ ਵੀ ਉਹ ਦੋਨਾਂ ਵਿੱਚ ਇੱਕ ਧਿਰ ਇਹੋ ਜਿਹੀ ਹੁੰਦੀ ਹੈ ਜਿਹੜੀ ਕਹਿੰਦੇ ਕਿ ਨਹੀਂ ਮੈਨੂੰ ਤਾਂ ਤਲਾਕ ਚਾਹੀਦਾ। ਦੇਖੋ ਉਹਦੇ ਵਾਸਤੇ ਮੈਂ ਤੁਹਾਨੂੰ 13(1) ਦੇ ਗਰਾਊਂਡ ਦੱਸ ਹੀ ਚੁੱਕੀ ਹਾਂ, ਜਿਹੜਾ ਮੈਂ ਕੁਰੈਲਿਟੀ ਦਾ ਦੱਸਿਆ, ਡਿਜ਼ਰਸ਼ਨ ਦਾ ਦੱਸਿਆ, ਬਹੁਤ ਸਾਰੇ ਗਰਾਊਂਡਸ ਹੈਗੇ ਜਿਹਦੇ ਵਿੱਚ ਇੱਕ ਧਿਰ ਜਾ ਕੇ ਕੋਰਟ ਦੇ ਵਿੱਚ ਤਲਾਕ ਲਈ ਐਪਲੀਕੇਸ਼ਨ ਲਾ ਸਕਦੀ ਹੈ। ਅੱਜ ਕੱਲ ਇੱਕ ਹੋਰ ਟ੍ਰੈਂਡ ਵੀ ਸੁਣਿਆ ਕਿ ਇੱਕ ਤਰਫਾ ਤਲਾਕ ਨਹੀਂ ਹੁੰਦਾ। ਕਈ ਵਾਰੀ ਹੁੰਦਾ ਕਿ ਸਮਨ ਹੋਣ ਤੋਂ ਬਾਵਜੂਦ ਦੂਜੀ ਧਿਰ ਕੋਰਟ 'ਚ ਨਹੀਂ ਆਉਂਦੀ ਤਾਂ ਉਹਨੂੰ ਇੱਕ ਤਰਫਾ ਐਕਸਪਰਟੇ ਕਰ ਦਿੱਤਾ ਜਾਂਦਾ, ਤਾਂ ਉਹ ਐਕਸਪਰਟੇ ਪ੍ਰੋਸੀਡਿੰਗਸ ਉਹਦੇ ਅਗੇਂਸਟ ਚਲਾਈਆਂ ਜਾਂਦੀਆਂ, ਤਾਂ ਉਹ ਇੱਕ ਤਰਫਾ ਤਲਾਕ, ਉਸਨੂੰ ਅੱਜ ਕੱਲ ਲੋਕਾਂ ਨੇ ਇੱਕ ਗਲਤ ਪਰਿਭਾਸ਼ਾ ਦੇ ਦਿੱਤੀ ਹੈ ਜੋ ਕਿ ਨਹੀਂ ਹੈ, ਜੋ ਗਲਤ ਹੈ ਜੀ। ਜੇਕਰ ਕੋਈ ਡਾਈਵੋਰਸੀ ਬੰਦਾ ਹੈ, ਕੇਸ ਚੱਲ ਰਿਹਾ ਹੁੰਦਾ, ਤੁਸੀਂ ਦੇਖੋਗੇ ਕੇਸ ਚੱਲਦੇ ਦੇ ਵਿੱਚ ਹੀ ਕਈ ਵਾਰੀ ਕੋਈ ਵਿਆਹ ਕਰਾ ਲੈਂਦਾ, ਦੂਜੀ ਧਿਰ ਨੂੰ ਨਹੀਂ ਪਤਾ ਲੱਗਦਾ, ਭਾਵੇਂ ਉਹ ਲੜਕੀ ਹੋਵੇ ਭਾਵੇਂ ਲੜਕਾ, ਅਸੀਂ ਦੋਨੋਂ ਪੱਖ ਦੀ ਗੱਲ ਕਰਦੇ ਹਾਂ, ਨਹੀਂ ਪਤਾ ਲੱਗਦਾ, ਤਾਂ ਉੱਥੇ ਕਿਹੜਾ ਕਾਨੂੰਨ ਲਾਗੂ ਹੁੰਦਾ ਹੈ ਕਿ ਉਹਨਾਂ ਉੱਤੇ ਕਾਰਵਾਈ ਹੋ ਜਾਏ, ਜਾਂ ਕਿਹੜੇ ਸਬੂਤ ਚਾਹੀਦੇ ਹੁੰਦੇ ਨੇ ਵੀ ਪਤਾ ਲੱਗ ਜਾਏ ਕਿ ਅਸੀਂ ਇਸ ਉੱਤੇ ਇਸ ਤਰ੍ਹਾਂ ਕਾਰਵਾਈ ਕਰ ਸਕਦੇ ਹਾਂ? ਸੁਖਵਿੰਦਰ ਜੀ, ਜਿਹੜਾ 494 ਬਾਈਗੇਮੀ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ, ਉਹ ਇੱਕ ਲਾਅ ਹੈ। ਜਦੋਂ ਕਿ ਤੁਹਾਡਾ ਬੇਸ਼ੱਕ ਤਲਾਕ ਦਾ ਕੇਸ ਚੱਲ ਰਿਹਾ ਹੈ ਤੇ ਹਸਬੈਂਡ ਜਾਂ ਵਾਈਫ ਦੋਨਾਂ ਚੋਂ ਇੱਕ ਜੇ ਦੁਬਾਰਾ ਤਲਾਕ ਕਰਾਉਂਦੇ ਤਾਂ ਉਹਨਾਂ ਤੇ ਉਹ 494 ਜਿਹੜੀਆਂ ਆਈਪੀਸੀ ਦੀਆਂ ਪ੍ਰੋਸੀਡਿੰਗਸ ਆ ਉਹੀ ਐਪਲੀਕੇਬਲ, ਉਹੀ ਲਾਗੂ ਹੁੰਦੀਆਂ ਨੇ। ਤੇ ਉਹ ਬਾਈਗੇਮੀ ਅਸੀਂ ਕਹਿੰਦੇ ਆ ਵੀ ਪਹਿਲੇ ਪਤੀ ਪਤਨੀ ਦੇ ਜਦ ਤੱਕ ਤਲਾਕ ਨਹੀਂ ਹੁੰਦਾ ਜਾਂ ਜਦ ਤੱਕ ਪਹਿਲਾ ਪਤਨੀ ਜਿੰਦਾ ਹੈ, ਤੁਸੀਂ ਜਾ ਕੇ ਦੂਸਰਾ ਵਿਆਹ ਨਹੀਂ ਕਰਵਾ ਸਕਦੇ। ਤੇ ਇੱਕ ਆਮ ਤੌਰ ਤੇ ਇੱਕ ਹੋਰ ਵੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਇੱਕ ਟ੍ਰੈਂਡ ਹੈ ਕਿ ਲੋਕ ਪੰਚਾਇਤੀ ਤੌਰ ਤੇ ਤਲਾਕ ਲੈ ਆਉਂਦੇ ਹਨ ਜਾਂ ਇੱਕ ਐਫੀਡੇਵਿਟ ਦੇ ਤੌਰ ਤੇ ਤਲਾਕ ਲੈ ਆਉਂਦੇ ਹਨ ਕਿ ਸਾਡੀ ਆਪਸੀ ਸਹਿਮਤੀ ਨਾਲ ਅਸੀਂ ਇੱਕ ਐਫੀਡੇਵਿਟ ਜਾਂ ਇਕਰਾਰਨਾਮਾ ਲਿਖ ਲਿਆ ਹੈ ਜਾਂ ਪੰਚਾਇਤੀ ਤੌਰ ਤੇ ਤਲਾਕ ਕਰ ਲਿਆ, ਤਾਂ ਉਹ ਤਲਾਕ ਦੀ ਜਿਹੜੀ ਕਾਨੂੰਨੀ ਮਾਨਤਾ ਬਿਲਕੁਲ ਨਹੀਂ ਹੈ। ਕਾਨੂੰਨੀ ਤੌਰ ਤੇ ਜੇ ਤੁਸੀਂ ਆਪਸੀ ਸਹਿਮਤੀ ਨਾਲ ਤਲਾਕ ਲੈਣਾ ਹੈ ਤਾਂ 13(20) ਦੀ ਪ੍ਰੋਵੀਜ਼ਨ ਉਸ ਹਿੰਦੂ ਮੈਰਿਜ ਐਕਟ ਦੇ ਵਿੱਚ, ਮਤਲਬ ਜਿਵੇਂ ਆਮ ਘਰਾਂ ਦੇ ਵਿੱਚ ਆਪਾਂ ਦੇਖਿਆ ਕਈ ਵਾਰੀ ਪਿੰਡਾਂ ਦੇ ਵਿੱਚੋਂ ਜ਼ਿਆਦਾਤਰ ਇਹੋ ਜਿਹੇ ਕੇਸ ਸਾਹਮਣੇ ਆਉਂਦੇ ਨੇ ਨਾ ਕਿ ਕੋਈ ਜਾਂਦਾ ਅਦਾਲਤ ਦੇ ਵਿੱਚ ਪਹੁੰਚਦਾ, ਉੱਥੇ ਕੋਈ ਨਾ ਕੋਈ ਵਕੀਲ ਇਹੋ ਜਿਹਾ ਟੱਕਰ ਜਾਂਦਾ ਜਿਹੜਾ ਕਹਿੰਦਾ ਕਿ ਆ ਜਾ ਇੱਥੇ ਕੋਈ ਨੋਟਰੀ ਅਟੈਸਟ ਕਰਾਇਆ, ਸਟਾਂਪ ਲਿਖਾਇਆ, ਉਹ ਬਿਲਕੁਲ ਵੈਲਿਡ ਨਹੀਂ। ਬਿਲਕੁਲ ਵੈਲਿਡ ਨਹੀਂ ਹੈ ਜੀ। ਜੋ ਤਲਾਕ ਹੈ, ਮੇਰੇ ਕੋਲ ਵੀ ਬਹੁਤ ਸਾਰੇ ਲੋਕ ਆਉਂਦੇ ਨੇ, ਈਵਨ ਰੀਸੈਂਟਲੀ ਮੈਨੂੰ ਕਿਸੇ ਲੜਕੀ ਦਾ ਕਾਲ ਆਇਆ ਸੀਗਾ, ਉਹਨੇ ਮੈਨੂੰ ਕਿਹਾ ਕਿ ਉਹਦੇ ਵਿਆਹ ਨੂੰ 3 ਸਾਲ ਹੋ ਚੁੱਕੇ ਨੇ ਪਰ ਉਹਦਾ ਤਲਾਕ ਜਿਹੜਾ ਪੰਚਾਇਤੀ ਤੌਰ ਤੇ ਹੋਇਆ ਤੇ ਹੁਣ ਉਹ ਦੂਜਾ ਵਿਆਹ ਕਰਵਾਉਣ ਲੱਗੀ ਹੈ। ਜਿਹੜੀ ਦੂਜੇ ਜਿੱਥੇ ਉਹਦੀ ਰਿਸ਼ਤਾ ਹੋਇਆ ਜਾਂ ਵਿਆਹ ਕਰਾਇਆ ਜਾ ਰਿਹਾ, ਉਸ ਪਰਿਵਾਰ ਨੇ ਉਸ ਤੋਂ ਮੰਗ ਕੀਤੀ ਕਿ ਮੈਨੂੰ ਤੁਸੀਂ ਡਿਵੋਰਸ ਦੀ ਜਿਹੜੀ ਆਪਣੀ ਕਾਪੀ ਦਿਓ। ਤਾਂ ਉਹਨੂੰ ਪਤਾ ਲੱਗਿਆ ਕਿ ਜਿਹੜਾ ਉਹ ਤਲਾਕ ਹੈ, ਮੈਨੂੰ ਜਦੋਂ ਉਹਨੇ ਫੋਨ ਕੀਤਾ ਮੈਂ ਉਹਨੂੰ ਦੱਸਿਆ ਵੀ ਰਾਜੇ ਇਹ ਤਲਾਕ ਜਿਹੜਾ ਤੁਹਾਡਾ ਪੰਚਾਇਤੀ ਤਲਾਕ ਨਹੀਂ ਹੈ, ਤਾਂ ਉਹਨੂੰ ਪਤਾ ਲੱਗਿਆ ਕਿ ਇਹ ਜਿਹੜੇ ਹੈ ਇਹਦੀ ਜਿਹੜੀ ਕਾਨੂੰਨੀ ਮਾਨਤਾ ਨਹੀਂ ਹੈ। ਤੇ ਇੱਕ ਹੋਰ ਗੱਲ ਹੈ ਇੱਥੇ ਕਿ ਇਹਦੇ ਵਿੱਚ ਮੇਨਟੇਨੈਂਸ ਦੀ ਵੀ ਗੱਲ ਉੱਠਦੀ ਹੈ ਕਿਤੇ ਨਾ ਕਿਤੇ। ਦੇਖੋ ਮੇਨਟੇਨੈਂਸ ਵਾਸਤੇ ਆਪਣੇ ਕੋਲ ਬਹੁਤ ਸਾਰੇ ਲਾਅ ਹਨ, ਬਟ ਜੋ ਹਿੰਦੂ ਮੈਰਿਜ ਐਕਟ ਦੇ ਵਿੱਚ ਮੇਨਟੇਨੈਂਸ ਦੀ ਗੱਲ ਕੀਤੀ ਗਈ ਉਹ ਸੈਕਸ਼ਨ 24 ਤੇ 25 ਦੇ ਵਿੱਚ ਕੀਤੀ ਗਈ ਹੈ। ਸੈਕਸ਼ਨ 24 ਦੇ ਵਿੱਚ ਹਸਬੈਂਡ ਜਾਂ ਵਾਈਫ ਦੋਨਾਂ ਚੋਂ ਕੋਈ ਵੀ ਇੱਕ ਧਿਰ ਕੋਰਟ ਦੇ ਵਿੱਚ ਜਾ ਕੇ ਕੇਸ ਚੱਲਦੇ ਦੇ ਦੌਰਾਨ ਜੇ ਆਪਣੇ ਆਪ ਨੂੰ ਮੇਨਟੇਨ ਨਹੀਂ ਕਰ ਸਕਦੀ, ਇੱਕ ਦੂਜੇ ਤੋਂ ਖਰਚਾ ਮੰਗ ਸਕਦੀ ਹੈ। ਔਰ ਸੈਕਸ਼ਨ 25 ਜਿਹੜਾ ਹੈਗਾ ਉਹ ਲੰਪਸਮ ਕਹਿ ਲਈਏ ਅਸੀਂ ਇਕੱਠੇ ਤੌਰ ਤੇ ਪਰਮਾਨੈਂਟ ਐਲੀਮਨੀ ਜਦੋਂ ਮੰਗ ਲੈਂਦਾ, ਹਸਬੈਂਡ ਵੀ ਮੰਗ ਸਕਦਾ, ਇਹ ਨਹੀਂ ਕਿ ਇਕੱਲਾ ਵਾਈਫ ਹੀ ਮੰਗ ਸਕਦੀ, ਉਹਦੇ ਵਿੱਚ ਹਸਬੈਂਡ ਵੀ ਕਲੇਮ ਕਰ ਸਕਦਾ ਵੀ ਮੈਨੂੰ ਪਰਮਾਨੈਂਟ ਐਲੀਮਨੀ, ਅਗਰ ਉਹ ਵਾਈਫ ਕਮਾਉਂਦੀ ਹੈ, ਹਸਬੈਂਡ ਨਹੀਂ ਕਮਾ ਰਿਹਾ ਜਾਂ ਉਹਦੀ ਕੋਈ ਇਨਕਮ ਨਹੀਂ ਆ ਗਿਆ, ਕੋਈ ਦਿੱਕਤ ਹੈ, ਤਾਂ ਉਹ ਪਰਮਾਨੈਂਟ ਐਲੀਮਨੀ ਜਿਹੜੇ ਦੋਨੋਂ ਇੱਕ ਦੂਜੇ ਤੋਂ ਡਿਮਾਂਡ ਕਰ ਸਕਦੇ ਹਨ ਸੈਕਸ਼ਨ 25 ਦੇ ਵਿੱਚ। ਤੇ ਉਹ ਚੱਲਦੇ ਕੇਸ ਦੌਰਾਨ ਖਰਚੇ ਦਾ ਕੇਸ ਦੋਨੋਂ ਚੱਲਦੇ ਕੇਸ ਦੌਰਾਨ ਸੈਕਸ਼ਨ 24 ਐਪਲੀਕੇਬਲ ਹੁੰਦੀ ਹੈ। ਜਦੋਂ ਅਸੀਂ ਕੇਸ ਪੂਰਾ ਚਾਹੁੰਦੇ ਹਾਂ ਵੀ ਹੁਣ ਖਰਚਾ ਨਹੀਂ ਚਾਹੀਦਾ, ਪਰਮਾਨੈਂਟ ਖਰਚਾ ਚਾਹੀਦਾ, ਵੀ ਭਾਵੇਂ ਤੁਹਾਡਾ ਤਲਾਕ ਹੋ ਗਿਆ ਉਸ ਤੋਂ ਬਾਅਦ ਜਾਂ ਜਿਵੇਂ ਪਰਮਾਨੈਂਟ ਸੈਕਸ਼ਨ 9 ਵੀ ਹੋ ਗਈ, ਮੈਨੂੰ ਪਰਮਾਨੈਂਟ ਖਰਚਾ ਲਗਾ ਦਿਓ, ਪੱਕਾ ਇੱਕ ਖਰਚਾ ਲਗਾ ਦਿਓ ਜੋ ਮੈਨੂੰ ਮਿਲ ਜਾਏ। ਤਲਾਕ ਹੋਣ ਤੋਂ ਬਾਅਦ ਵੀ ਪਰਚਾ ਪੈ ਸਕਦਾ ਲੜਕੇ ਤੇ? ਪਰਚਾ ਰਿਗਾਰਡਿੰਗ ਦੈਟ ਮਤਲਬ ਕਿ ਇਹ ਕੇਸ ਪੈ ਸਕਦਾ ਹੈ ਮੇਨਟੇਨੈਂਸ ਦਾ ਖਰਚੇ ਦੀ? ਹਾਂਜੀ ਬਿਲਕੁਲ। ਤਲਾਕ ਜਿਹੜੀ ਡਿਵੋਰਸ ਵੀ ਵਾਈਫ ਹੈ ਉਹ ਵੀ ਮੇਨਟੇਨੈਂਸ ਕਲੇਮ ਕਰ ਸਕਦੀ ਹੈ 125 CRPC ਦੇ ਵਿੱਚ। ਆਪਣੇ ਕੋਲ 125 CRPC ਦੇ ਵਿੱਚ ਪ੍ਰੋਵੀਜ਼ਨ ਹੈ ਕਿ ਡਿਵੋਰਸ ਵਾਈਫ ਵੀ ਜਦ ਤੱਕ ਰੀਮੈਰਿਜ ਨਹੀਂ ਕਰਦੀ ਉਹ ਆਪਣੇ ਹਸਬੈਂਡ ਤੋਂ ਵਾਈਫ ਮੇਨਟੇਨੈਂਸ ਕਲੇਮ ਕਰ ਸਕਦੀ ਹੈ। ਤੇ ਹਸਬੈਂਡ ਕਿਸ ਗਰਾਊਂਡ ਤੇ? ਹਸਬੈਂਡ ਵੀ ਕਰ ਸਕਦਾ। ਹਸਬੈਂਡ ਜੇ ਖੁਦ ਕਮਾ ਨਹੀਂ ਰਿਹਾ, ਅਗਰ ਉਹਦੀ ਕੋਈ ਕਈ ਵਾਰ ਫਿਜ਼ੀਕਲ ਇਨਐਬਿਲਿਟੀ ਆ ਜਾਂਦੀ ਹੈ, ਕੋਈ ਜੌਬਲੈਸ ਹੋ ਜਾਂਦਾ ਹੈ, ਕੋਈ ਫਿਜ਼ੀਕਲ ਇਨਐਬਿਲਿਟੀ ਹੈ ਕਿਸੇ ਕਰਕੇ ਉਹ ਜੌਬ ਨਹੀਂ ਕਰ ਪਾਉਂਦਾ, ਬਟ ਵਾਈਫ ਸਟੇਟਸ ਵਾਈਜ਼ ਅੱਛਾ ਕਮਾ ਰਹੀ ਹੈ, ਕਰ ਰਹੀ ਹੈ, ਤਾਂ ਵਾਈਫ ਤੋਂ ਵੀ ਕਲੇਮ ਕਰ ਸਕਦਾ। ਤੇ ਤਲਾਕ ਤੋਂ ਬਾਅਦ ਕਈ ਵਾਰੀ ਇਦਾਂ ਹੁੰਦਾ ਹੈ ਕਿ ਬੱਚੇ ਵੀ ਹੁੰਦੇ ਨੇ, ਤੇ ਉਹ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਕੀ ਕੋਈ ਕਾਨੂੰਨ ਹੈ ਕਿ ਕਿਸ ਤਰ੍ਹਾਂ ਕੌਣ ਕਿਹਨੂੰ ਸੰਭਾਲ ਸਕਦਾ ਹੈ? ਦੇਖੋ ਬੱਚੇ ਕਿਸ ਕੋਲ, ਬੱਚਿਆਂ ਦੀ ਮਰਜ਼ੀ ਉੱਥੇ ਹੋਣੀ ਚਾਹੀਦੀ ਹੈ। ਕਈ ਵਾਰੀ ਬੱਚੇ ਦੋਨੋਂ ਪਾਸੇ ਦੱਸਿਓ, ਬਾਲਗ ਤੇ ਨਾਬਾਲਗ ਬੱਚਿਆਂ ਬਾਰੇ। ਦੇਖੋ ਸੁਖਵਿੰਦਰ ਜੀ, ਵੈਸੇ ਤਾਂ ਕਸਟਡੀ ਨੂੰ ਲੈ ਕੇ ਸਾਡੇ ਕੋਲ ਅਲੱਗ ਲਾਅ ਪਿਆ ਹੋਇਆ ਦਾ ਗਾਰਡੀਅਨਸ ਐਂਡ ਵਾਰਡਸ ਐਕਟ ਬੱਚਿਆਂ ਦੀ ਕਸਟਡੀ ਲਈ ਪਿਆ ਹੋਇਆ, ਜਿਹਦੇ ਵਿੱਚ ਦੋਨੋਂ ਧਿਰਾਂ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਕੋਰਟ ਵਿੱਚ ਕੇਸ ਪਾ ਸਕਦੀਆਂ ਨੇ। ਪਰ ਜਦੋਂ ਤਲਾਕ ਦੇ ਫੈਸਲੇ ਕਰਦੇ ਆ, ਜੇ ਆਪਸੀ ਸਹਿਮਤੀ ਨਾਲ ਹੈ ਫਿਰ ਤਾਂ ਧਿਰਾਂ ਆਪਸੀ ਸਹਿਮਤੀ ਨਾਲ ਰਾਜੀ ਹੋ ਜਾਂਦੀਆਂ ਨੇ ਵੀ ਕਿਸ ਨੇ ਬੱਚਾ ਰੱਖਣਾ ਹੈ, ਜਾਂ ਇੱਕ ਬੱਚਾ ਜਾਂ 2 ਬੱਚੇ ਹੈ ਤਾਂ ਬੱਚਿਆਂ ਨੂੰ ਕਿਹਨੇ ਰੱਖਣਾ ਹੈ। ਤੇ ਜੇ ਅਸੀਂ ਸੈਕਸ਼ਨ 13 ਦੇ ਵਿੱਚ ਕਹੀਏ ਤਾਂ ਉੱਥੇ ਕੋਰਟ ਜਦੋਂ ਡਿਸੀਜਨ 13 ਦਾ ਲੈਂਦਾ ਤਾਂ ਉਹ ਪੈਰਾਮਾਊਂਟ ਕੰਸੀਡਰੇਸ਼ਨ ਕੋਰਟ ਦਾ ਇਹ ਹੁੰਦਾ ਵੀ ਵੈਲਫੇਅਰ ਆਫ ਦਾ ਚਾਈਲਡ ਦੇਖਿਆ ਜਾਵੇ। ਪਰ ਜੇ ਅਸੀਂ ਕਸਟਡੀ ਦੀ ਗੱਲ ਕਰੀਏ ਤਾਂ ਉਹਦੇ
ਲਈ ਆਪਣੇ ਕੋਲ ਗਾਰਡੀਅਨਸ ਐਂਡ ਵਾਰਸ ਐਕਟ ਹੈ ਜਿਹੜਾ, ਜਿਹਦੇ ਵਿੱਚ ਹੀ ਕਸਟਡੀ ਦੀ ਲੜਾਈ ਬੱਚਿਆਂ ਦੀ, ਜਿਹੜੇ ਮਾਪਿਓ ਬੱਚਿਆਂ ਦੇ ਲਈ ਲੜਦੇ ਨੇ, ਉਹ ਉੱਥੇ ਹੀ ਐਪਲੀਕੇਬਲ ਹੁੰਦੀ। ਤੇ ਇਹਦੇ ਵਿੱਚ ਕੋਈ ਪ੍ਰਾਪਰਟੀ ਦਾ ਵੀ ਰੋਲਾ ਪੈਂਦਾ ਜੇ ਉਹ ਦੋਨੇ ਆਪਸੀ ਭਾਵੇਂ ਤਲਾਕ ਹੋ ਵੀ ਗਿਆ, ਕਈ ਵਾਰੀ ਕਈ ਕੇਸ ਇਹੋ ਜਿਹੇ ਸਾਹਮਣੇ ਆ ਜਾਂਦੇ ਨੇ ਨਾ ਕਿ ਉਹ ਘਰ ਵਾਲੇ ਦੀ ਪ੍ਰਾਪਰਟੀ ਦੇ ਉੱਤੇ ਆਪਣੇ ਹੱਕ ਜਤਾਉਂਦਾ, ਦੂਜਾ ਪੱਖ ਜਿਹੜੀ ਦੂਜੀ ਧਿਰ ਘਰ ਵਾਲੀ ਹੁੰਦੀ ਹੈ, ਜੇ ਉਹਦੇ ਤੇ ਹੱਕ ਜਤਾਵੇ ਤਾਂ ਕੀ ਉਹਨੂੰ ਮਿਲ ਸਕਦੀ ਹੈ ਜਾਂ ਨਹੀਂ ਮਿਲ ਸਕਦੀ? ਦੇਖੋ, ਬੱਚੇ ਜੋ ਹੈਗੇ ਉਹਨਾਂ ਦਾ ਆਪਣੇ ਮਾਂ-ਬਾਪ ਤੋਂ ਮੇਨਟੇਨੈਂਸ ਲੈਣ ਦਾ ਜਿਹੜਾ ਰਾਈਟ ਹੈ, ਉਹ ਬਾਲਿਗ ਜਿਹੜਾ ਲੜਕਾ ਹੈ ਉਹ 18 ਸਾਲ ਦੀ ਉਮਰ ਤੱਕ ਲੈ ਸਕਦਾ, ਲੜਕੀ ਜਿਹੜੀ ਹੈ ਉਹ ਜਦ ਤੱਕ ਵਿਆਹੀ ਨਹੀਂ ਜਾਂਦੀ ਤਦ ਤੱਕ ਲੈ ਸਕਦੀ ਹੈ। ਤੇ ਜੇ ਪਤਨੀ ਦੀ ਗੱਲ ਕਰੀਏ, ਜੇ ਉਹਨੇ ਖੁਦ ਕਮਾਈ ਕੋਈ ਪ੍ਰਾਪਰਟੀ ਜਾਂ ਜੁਆਇੰਟ ਪ੍ਰਾਪਰਟੀ ਹੈ, ਉਹ ਉਹਦੇ ਵਿੱਚੋਂ ਤਾਂ ਆਪਣਾ ਹੱਕ ਮੰਗ ਸਕਦੀ ਹੈ ਵੀ ਜੁਆਇੰਟ ਪ੍ਰਾਪਰਟੀ ਦਾ ਕੋਰਟ ਡਿਸਪੋਜ਼ੇਬਲ, ਜਦੋਂ 13 ਦੀ ਪਟੀਸ਼ਨ ਦੇ ਵਿੱਚ ਅਸੀਂ ਐਪਲੀਕੇਸ਼ਨ ਲਗਾ ਸਕਦੇ ਇੱਕ ਸੈਕਸ਼ਨ ਦੇ ਅਧੀਨ, ਤਾਂ ਉੱਥੇ ਡਿਸਪੋਜ਼ ਆਫ ਕਰ ਸਕਦਾ ਹੈ। ਬਟ ਜੋ ਪ੍ਰਾਪਰਟੀ ਹਸਬੈਂਡ ਦੇ ਨਾਮ ਤੇ ਹੈ, ਉਹਦੇ ਲਈ ਜੋ ਰਾਈਟ ਹੈ ਉਹ ਸਿਵਲ ਸੂਟ ਦੇ ਵਿੱਚ ਜਾਂਦਾ। ਉਹ ਇਸ 13 ਦੀ ਗੱਲ ਕਰੀਏ, ਹਿੰਦੂ ਮੈਰਿਜ ਐਕਟ ਦੇ ਵਿੱਚ ਸਿਰਫ ਜੁਆਇੰਟ ਪ੍ਰਾਪਰਟੀ ਦੀ ਹੀ ਗੱਲ ਕੀਤੀ ਜੇ ਮੰਨ ਲਓ ਵੀ ਬੰਦੇ ਨੇ ਵਿਆਹ ਕਰਵਾ ਲਿਆ, ਦੂਸਰਾ ਵਿਆਹ ਕਰਵਾ ਲਿਆ, ਤੇ ਜਿਹੜੇ ਪਹਿਲੇ ਵਿਆਹ ਵਿੱਚੋਂ ਬੱਚੇ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਹੱਕ ਰੱਖਦੇ ਨੇ, ਉਹ ਲੈ ਸਕਦੇ ਉਹਦੀ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਤਲਾਕ ਹੋਣ ਦੇ ਬਾਵਜੂਦ ਵੀ ਮਾਂ ਦੇ? ਦੇਖੋ, ਪ੍ਰਾਪਰਟੀ ਦੀ ਜਿਹੜੀ ਗੱਲ ਹੈ, ਪ੍ਰਾਪਰਟੀ ਦਾ ਲਾਅ ਜਿਹੜਾ ਉਹ ਡਿਫਰੈਂਟ ਲਾਅ ਹੈ। ਉਹਦੇ ਵਿੱਚ ਇਹ ਹੈ ਕਿ ਜਦੋਂ ਜਿਹੜੇ ਬੱਚੇ ਹੈ ਉਹ ਫਾਦਰ ਦੀ ਪ੍ਰਾਪਰਟੀ ਹੈ, ਅਗਰ ਫਾਦਰ ਦੀ ਸੈਲਫ ਐਕਵਾਇਰਡ ਪ੍ਰਾਪਰਟੀ ਹੈ ਤਾਂ ਬੱਚੇ ਉਸ ਤੋਂ ਰਾਈਟ ਕਲੇਮ ਕਰਨਗੇ, ਉਹ ਵੀ ਫਾਦਰ ਦੀ ਡੈਥ ਤੋਂ ਬਾਅਦ, ਠੀਕ ਹੈ ਜੀ। ਬਟ ਜੇ ਕੋਈ ਪ੍ਰਾਪਰਟੀ ਐਸੀ ਹੈ ਜੋ ਐਂਸੈਸਟਰਲ ਪ੍ਰਾਪਰਟੀ ਆ ਰਹੀ ਹੈ, ਉਹ ਫਾਦਰ ਜਦ ਤੱਕ ਫਾਦਰ ਹੈ ਤਦ ਤੱਕ ਉਹਦੇ ਕੋਲ ਆਏਗੀ, ਉਸ ਤੋਂ ਬਾਅਦ ਉਹ ਬੱਚਿਆਂ ਦਾ ਰਾਈਟ ਬਣਦਾ। ਬੱਚਿਆਂ ਕੋਲ ਆਟੋਮੈਟਿਕਲੀ ਜੇ ਫਾਦਰ ਦੀ ਡੈਥ ਹੋ ਜਾਏਗੀ, ਬੱਚਿਆਂ ਕੋਲ ਉਹ ਪ੍ਰਾਪਰਟੀ ਆਟੋਮੈਟਿਕਲੀ ਐਂਸੈਸਟਰਲ ਪ੍ਰਾਪਰਟੀ ਜਾਏਗੀ, ਭਾਵੇਂ ਉਹ ਪਹਿਲੇ ਵਿਆਹ ਦੇ ਬੱਚੇ ਹੈ, ਭਾਵੇਂ ਉਹ ਦੂਜੇ ਵਿਆਹ ਦੇ ਬੱਚੇ ਹੈ। ਠੀਕ ਹੈ। ਦੂਜੀ ਗੱਲ ਅਖੀਰ ਵਿੱਚ ਇਹ ਵੀ ਦੱਸੋ ਕਿ ਜਦੋਂ ਕਈ ਵਾਰੀ ਤਲਾਕ ਹੋ ਜਾਂਦਾ, ਕੋਈ ਕੇਸ ਤੁਹਾਡੇ ਕੋਲ ਇਹੋ ਜਿਹੇ ਸਾਹਮਣੇ ਆਏ ਕਿ ਤਲਾਕ ਹੋਣ ਤੋਂ ਬਾਅਦ ਚੋਂ ਫਿਰ ਮੀਆਂ ਬੀਬੀ ਫਿਰ ਇਕੱਠੇ ਹੋ ਜਾਂਦੇ ਨੇ? ਹਾਂਜੀ, ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟਸ ਹੁੰਦੇ ਆ ਕਿ ਤਲਾਕ ਹੋਣ ਤੋਂ ਬਾਅਦ ਇਕੱਠੇ ਹੋ ਜਾਂਦੇ। ਕਈ ਵਾਰ ਸੈਕੰਡ ਮੋਸ਼ਨ 13B ਦੇ ਵਿੱਚ ਆ ਕੇ ਉਹ ਵਿਡਰਾ ਕਰ ਲੈਂਦੇ ਕਿ ਅਸੀਂ ਤਲਾਕ ਨਹੀਂ ਲੈਣਾ। ਤਾਂ ਜੇ ਪਹਿਲਾਂ ਹੀ ਵਿਡਰਾ ਕਰ ਲੈਂਦੇ ਆ ਤਾਂ ਉੱਥੇ ਤਾਂ ਤਲਾਕ ਹੁੰਦਾ ਹੀ ਨਹੀਂ ਹੈ। ਪਰ ਜੇ ਤਲਾਕ ਹੋਣ ਤੋਂ ਬਾਅਦ ਉਹ ਇਕੱਠੇ ਰਹਿਣਾ ਸ਼ੁਰੂ ਕਰਦੇ ਆ ਤਾਂ ਉਹ ਰੀਮੈਰਿਜ ਇੱਕ ਤਰ੍ਹਾਂ ਨਾਲ ਹੁੰਦੀ ਹੈ ਵੀ ਉਹਨਾਂ ਨੇ ਆਪਸ ਦੁਬਾਰਾ ਮੈਰਿਜ ਕਰਵਾ ਲਈ। ਦੁਬਾਰਾ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ? ਰਜਿਸਟ੍ਰੇਸ਼ਨ ਤਾਂ ਸੁਖਿੰਦਰ ਜੀ ਮੈਂ ਦੱਸਿਆ ਆਪਸ਼ਨਲ ਹੈ ਕਿ ਰਸਮਾਂ ਜਿਹੜੀਆਂ ਵਿਆਹ ਦੀਆਂ ਜ਼ਰੂਰੀ ਹੁੰਦੀਆਂ ਨੇ ਦੁਬਾਰਾ, ਤੇ ਉਹ ਦੁਬਾਰਾ ਫਿਰ ਇਕੱਠੇ ਰਹਿ ਸਕਦੇ ਨੇ? ਹਾਂਜੀ ਬਿਲਕੁਲ। ਤੇ ਉਹ ਪਿਛਲਾ ਜਿਹੜਾ ਤਲਾਕ ਦਾ ਕੇਸ ਉਹ ਸਾਰਾ ਕੈਂਸਲ, ਉਹ ਜੋ ਕੁਝ ਉਹਨਾਂ ਨੇ ਇੱਕ ਵਾਰੀ ਤਲਾਕ ਲੈ ਲਿਆ ਹੁੰਦਾ ਉਹ ਸਭ ਕੁਝ ਕੈਂਸਲ ਹੋ ਜਾਂਦਾ? ਕਾਨੂੰਨ ਇਹਨੂੰ ਮਾਨਤਾ ਦੇ ਦਿੰਦਾ ਫਿਰ ਬਾਅਦ ਵਿੱਚ? ਜੇ ਉਹ ਦੁਬਾਰਾ ਵਿਆਹ ਕਰਾਉਂਦੇ ਆ, ਉਹਨਾਂ ਦਾ ਕੰਸੈਂਟ ਹੁੰਦਾ ਤਾਂ ਕਾਨੂੰਨ ਮਾਨਤਾ ਦੇ ਦਿੰਦਾ ਜੀ। ਠੀਕ ਹੈ। ਇੱਕ ਹੋਰ ਗੱਲ ਹੈ ਇਹਦੇ ਵਿੱਚ, ਇੱਕ ਮੇਰੇ ਖਿਆਲ ਦੇ ਵਿੱਚ ਇਹ ਵੀ ਚੀਜ਼ ਆਪਾਂ ਜੁੜੀ ਕਿ ਜਦੋਂ ਤਲਾਕ ਦੀ ਗੱਲ ਹੁੰਦੀ ਹੈ ਤਾਂ ਉਦੋਂ ਕੁੜੀ ਵਾਲਿਆਂ ਵੱਲੋਂ ਦਾਜ ਦਾ ਪਰਚਾ ਵੀ ਨਾਲੋਂ ਨਾਲ ਚੱਲਣ ਲੱਗ ਜਾਂਦਾ। ਉਹ ਉਸੇ ਗਰਾਊਂਡ ਨੂੰ ਉਹਨੂੰ ਆਧਾਰ ਬਣਾ ਕੇ ਫਿਰ ਉਹ ਤਲਾਕ ਦਾ ਕੇਸ, ਕਿਉਂਕਿ ਚਾਹੁੰਦੇ ਤਾਂ ਇਹੀ ਨੇ ਕਿ ਤਲਾਕ ਹੋਵੇ, ਫਿਰ ਉਹ ਦਾਜ ਦਾ ਪਰਚਾ ਪਾ ਦਿੰਦੇ ਨੇ। ਤੇ ਇਹੋ ਜਿਹਾ ਕੇਸ ਕੋਈ ਤੁਹਾਡੇ ਕੋਲੇ ਆਉਂਦੇ ਹੀ ਹੋਣੇ? ਦੇਖੋ ਸੁਖਵਿੰਦਰ ਜੀ, ਇਹ ਇੱਕ ਪ੍ਰੈਸ਼ਰਾਈਜ਼ ਕਰਨ ਦਾ ਤਰੀਕਾ ਹੁੰਦਾ। ਜਦੋਂ ਕੁੜੀ ਵਾਲਿਆਂ ਨੂੰ ਲੱਗਦਾ ਕਿ ਤਲਾਕ ਲੈਣਾ ਤਾਂ ਉਹ ਕਈ ਜਗ੍ਹਾ ਤੇ ਤਾਂ ਲੜਕੀਆਂ ਨੂੰ ਬਹੁਤ ਜ਼ਿਆਦਾ ਹੈਰਾਸ ਵੀ ਕੀਤਾ ਜਾਂਦਾ, ਐਸੀ ਕੋਈ ਗੱਲ ਨਹੀਂ ਹੈ। ਕਈ ਜਗ੍ਹਾ ਤੇ ਉਹਨਾਂ ਨੂੰ ਦਾਜ ਦੇ ਤਾਨੇ ਮੇਣੇ ਵੀ ਮਾਰੇ ਜਾਂਦੇ ਆ ਜਾਂ ਉਹਨਾਂ ਨੂੰ ਬਹੁਤ ਸਾਰੀਆਂ ਹੋਰ ਮੈਂਟਲ ਕੁਰੈਲਿਟੀ ਦਾ ਸਾਹਮਣਾ ਕਰਨਾ ਪੈਂਦਾ। ਤਾਂ ਉੱਥੇ ਤਾਂ ਇਹ ਪਰਚੇ ਜਾਂ ਆਪਾਂ ਕਹੀਏ ਬਣਦੇ ਨੇ। ਬਟ ਜਿੱਥੇ ਕਈ ਵਾਰ ਇਹ ਹੁੰਦਾ ਕਿ ਸਿਰਫ ਪ੍ਰੈਸ਼ਰਾਈਜ਼ ਕਰਨ ਲਈ ਪਾਇਆ ਜਾਂਦਾ, ਕੋਈ ਵਾਰ ਝੂਠੇ ਪਰਚੇ ਵੀ ਕੀਤੇ ਜਾਂਦੇ ਨੇ। ਜ਼ਿਆਦਾਤਰ ਅੱਜ ਕੱਲ੍ਹ ਤਾਂ ਇਹੋ ਜਿਹੇ ਮਾਮਲੇ ਸਾਹਮਣੇ। ਬਟ ਇਹਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਬਹੁਤ ਜਲਦੀ ਪਰਚੇ ਨਹੀਂ ਹੁੰਦੇ। ਜਿਵੇਂ ਇੱਕ ਟ੍ਰੈਂਡ ਸੀਗਾ ਜੀ, ਪਰਚਾ ਹੋ ਜਾਂਦਾ ਸੀ, FIR ਹੋ ਜਾਂਦੀ ਸੀ ਕੁੜੀ ਦੇ ਜਾਣ ਤੇ, ਹੁਣ ਉਹ ਨਹੀਂ ਰਿਹਾ। ਹੁਣ ਸਭ ਤੋਂ ਪਹਿਲਾਂ ਵੂਮਨ ਸੈੱਲ ਦੇ ਵਿੱਚ ਕਾਉਂਸਲਿੰਗਸ ਹੁੰਦੀਆਂ ਨੇ। ਆਪਣੇ ਕੋਲ ਹਿੰਦੂ ਮੈਰਿਜ ਐਕਟ ਵੀ ਕਾਉਂਸਲਿੰਗ ਦੀ ਪ੍ਰੋਵੀਜ਼ਨ ਹੈ। ਉਸ ਤੋਂ ਇਲਾਵਾ ਵੀ ਵੂਮਨ ਸੈੱਲ ਦੇ ਵਿੱਚ ਪਹਿਲਾਂ ਕਾਉਂਸਲਿੰਗ ਹੁੰਦੀਆਂ ਨੇ, ਫਿਰ ਮੀਡੀਏਸ਼ਨ 'ਚ ਕੇਸ ਭੇਜੇ ਜਾਂਦੇ ਨੇ। ਆਫਟਰ ਦੈਟ ਦੋਨੋਂ ਧਿਰਾਂ ਨੂੰ ਮੌਕਾ ਦਿੱਤਾ ਜਾਂਦਾ ਕਿ ਵੂਮਨ ਸੈੱਲ ਦੇ ਵਿੱਚ ਆ ਕੇ ਬੈਠ ਕੇ ਗੱਲ ਕਰਨ। 3-4 ਵਾਰ ਉਹਨਾਂ ਨੂੰ ਸਮਨ ਭੇਜੇ ਜਾਂਦੇ ਨੇ। ਤੇ ਜਦੋਂ ਫਿਰ ਵੀ ਅਗਰ ਉਹਨਾਂ ਦਾ ਕੋਈ ਤੇ ਨਿਬੇੜਾ ਨਹੀਂ ਹੁੰਦਾ ਔਰ ਜਿਹੜੀ ਧਿਰ ਦੋਸ਼ੀ ਲੱਗਦੀ ਹੈ ਤਾਂ ਉਹਦੇ ਖਿਲਾਫ ਪਰਚਾ ਕੀਤਾ ਜਾਂਦਾ ਹੈ। ਇੱਕ ਦੂਜੀ ਗੱਲ ਇਹ ਵੀ ਹੈ ਇਹਦੇ ਵਿੱਚ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕੇਸ ਬੜਾ ਚਰਚਾ ਦੇ ਵਿੱਚ ਆਇਆ ਕਿ ਲੜਕੇ ਵਾਲਿਆਂ ਵੱਲੋਂ ਲੜਕੀ ਦੇ ਪਰਿਵਾਰ ਦੇ ਉੱਤੇ ਜਿਹੜਾ ਉਹਨਾਂ ਨੇ ਝੂਠਾ ਕੇਸ ਲੜਕੇ ਵਾਲਿਆਂ ਤੇ ਪਵਾਇਆ ਸੀ, ਤਾਂ ਉਹਨਾਂ ਦੇ ਉੱਤੇ ਅਦਾਲਤ ਦੇ ਵਿੱਚ ਦੁਆਰਾ ਫਿਰ ਤੋਂ ਪਰਚਾ ਅਦਾਲਤ ਦੇ ਥਰੂ ਜਾਂ ਉਹਨਾਂ ਨੇ ਕਰਵਾ ਕੇ ਕਿਸੇ ਵੀ ਤਰੀਕੇ ਨਾਲ ਕਰਵਾ ਦਿੱਤਾ ਕਿ ਲੜਕੀ ਵਾਲੇ ਨੇ ਸਾਡੇ ਤੇ ਝੂਠੇ ਬਲੇਮ ਲਾਏ ਸੀ, ਸਾਨੂੰ ਬਦਨਾਮ ਕੀਤਾ। ਉਹ ਇਹੋ ਜਿਹੇ ਕੇਸਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਇਹ ਹੁੰਦਾ ਅਕਸਰ ਜਦੋਂ ਲੜਕੇ ਵਾਲਿਆਂ ਨਾਲ ਗਲਤ ਹੁੰਦਾ, ਜਦੋਂ ਪਰਚਾ ਖਾਰਜ ਹੋ ਜਾਂਦਾ ਤਾਂ ਇਹ ਇੱਕ ਗਰਾਊਂਡ ਡਿਵੋਰਸ ਦਾ ਵੀ ਬਣ ਸਕਦਾ। ਵੀ ਉਹ ਕਹਿ ਸਕਦਾ ਮਤਲਬ ਇਕੁਐਲਿਟੀ ਦੇ ਵਿੱਚ ਇਕੁਐਲਿਟੀ ਆਉਂਦੀ ਹੈ ਇੱਕ ਤਰ੍ਹਾਂ ਨਾਲ ਵੀ ਸਾਡੇ ਅਗੇਂਸਟ ਇਕੁਐਲਿਟੀ ਕਮਿਟ ਕੀਤੀ ਹੈ। ਤੇ ਉਸ ਤੋਂ ਇਲਾਵਾ ਜੇ ਅਸੀਂ ਕਹੀਏ ਕਿ ਇਹ ਹੈ ਕਿ ਉਹਨਾਂ ਤੇ ਅਗਰ ਉਹਨਾਂ ਨੇ ਝੂਠਾ ਪਰਚਾ ਪਵਾਇਆ, ਅਗਰ ਉਹਨਾਂ ਦੇ ਖਿਲਾਫ ਸਾਡੇ ਕੋਲ ਸਬੂਤ ਹਨ ਤਾਂ ਅਸੀਂ ਉਹਨਾਂ ਤੇ ਦੁਬਾਰਾ ਕੰਪਲੇਂਟ ਉਹਨਾਂ ਦੀ ਕਰ ਸਕਦੇ ਹਾਂ। ਵੀ ਇਸ ਸਬੂਤਾਂ ਨੂੰ ਲੈ ਕੇ ਕੰਪਲੇਂਟ ਕਰ ਸਕਦੇ ਵੀ ਇਹ ਸਬੂਤ ਹਨ, ਇਹਨਾਂ ਨੇ ਇਹ ਜਿਹੜੀਆਂ ਸਬੂਤ ਝੂਠੇ ਕ੍ਰੀਏਟ ਕੀਤੇ ਸਾਨੂੰ ਫਸਾਉਣ ਦੇ ਲਈ, ਤਾਂ ਉਹ ਦੁਬਾਰਾ ਕ੍ਰਿਮੀਨਲ ਪ੍ਰੋਸੀਡਿੰਗਸ ਉਹਨਾਂ ਦੇ ਅਗੇਂਸਟ ਚਲਾ ਸਕਦੇ ਆ। ਤੇ ਉਹਦੇ ਵਿੱਚ ਇਹੋ ਜਿਹੇ ਮਾਮਲਿਆਂ ਦੇ ਵਿੱਚ ਕਿੰਨੀ ਕੁ ਸਜ਼ਾ ਹੋ ਸਕਦੀ ਹੈ? ਜੇ ਮੰਨ ਲਓ ਕੋਈ ਦਾਜ ਦਾ ਕੇਸ ਚੱਲਦਾ
ਉਹਦੇ ਵਿੱਚ ਕਿੰਨੀ ਕੁ ਸਜ਼ਾ ਤੇ ਜੇ ਕੋਈ ਇਦਾਂ ਝੂਠਾ ਪਰਚਾ ਪਵਾਉਂਦਾ ਕਿਸੇ ਤੇ? ਦੇਖੋ, ਦਾਜ ਦੇ ਕੇਸ ਦੀ ਜਿਹੜੀ ਸਜ਼ਾ ਦੀ ਗੱਲ ਹੈ ਉਸ ਸਾਲ ਤੋਂ ਲੈ ਕੇ ਡਿਪੈਂਡ ਕਰਦਾ ਹੈ ਕਿ ਕੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ। ਮਿਨੀਮਮ ਕਿੰਨਾ ਕੁ ਚਿਰ ਚੱਲਦਾ ਇੱਕ ਦਾਜ ਦਾ ਕੇਸ? ਦਾਜ ਦਾ ਕੇਸ ਦੇਖੋ ਸੁਖਵਿੰਦਰ ਜੀ, ਕੋਰਟਾਂ ਪਹਿਲਾਂ ਹੀ ਕੰਮਾਂ ਨਾਲ ਬਹੁਤ ਓਵਰਲੋਡ ਹਨ। ਜੇ ਅਸੀਂ ਕਹੀਏ ਤਾਂ ਘੱਟੋ ਘੱਟ ਕੋਈ ਕੇਸ 2 ਸਾਲ 3 ਸਾਲ 5 ਸਾਲ, ਘੱਟੋ ਘੱਟ 2 ਜਾਂ 3 ਸਾਲ, ਵੱਧ ਤੋਂ ਵੱਧ 7-8 ਸਾਲ, ਕਈ ਵਾਰ ਬਹੁਤ ਲਿਟੀਗੇਸ਼ਨ ਪੁਰਾਣੀ ਵੀ ਹੋ ਜਾਂਦੀ ਹੈ ਧਿਰਾਂ ਦੀ। ਜੀ, ਤੇ ਦੂਜਾ ਕੇਸ ਜਿਹੜਾ ਜੇ ਕੋਈ ਝੂਠਾ ਪਰਚਾ ਪਾਉਂਦਾ ਹੈ ਤਾਂ ਉਹਦੇ ਵਿੱਚ ਕਿੰਨੀ ਕੁ ਸਜ਼ਾ, ਜਿਹੜਾ ਮੈਂ ਪੁੱਛਿਆ ਸੀ? ਉਹ ਸੁਖਵਿੰਦਰ ਜੀ ਐਵੇਂ ਨਹੀਂ ਮੈਂ ਦੱਸ ਸਕਦੀ ਕਿੰਨੀ ਸਜ਼ਾ, ਕਿਉਂਕਿ ਜਦੋਂ ਤੁਸੀਂ ਸਬੂਤ ਪੇਸ਼ ਕਰਦੇ ਹੋ ਉਹਨਾਂ ਤੇ ਕਿਹੜੇ ਸੈਕਸ਼ਨ ਲੱਗਦੇ ਆ ਆਈਪੀਸੀ ਦੇ, ਕਿਹੜੀ ਧਾਰਾਵਾਂ ਦੇ ਅਧੀਨ ਉਹਨਾਂ ਨੇ ਆਫੈਂਸ ਕਮਿਟ ਕੀਤਾ, ਉਹ ਧਾਰਾਵਾਂ ਦੇ ਅਧੀਨ ਹੀ ਦੇਖਿਆ ਜਾਏਗਾ ਵੀ ਇਹ ਧਾਰਾਵਾਂ ਇਹਨਾਂ ਤੇ ਐਪਲੀਕੇਬਲ ਹੋ ਰਹੀਆਂ ਨੇ। ਤੇ ਇਹ ਧਾਰਾਵਾਂ ਦੇ ਜਦੋਂ ਕੋਰਟ 'ਚ ਪ੍ਰੂਵ ਹੋ ਜਾਣਗੀਆਂ, ਉਸ ਧਾਰਾਵਾਂ 'ਚ ਜਿਹੜੀ ਪਨਿਸ਼ਮੈਂਟ ਦਿੱਤੀ ਹੋਏਗੀ ਉਹ ਹੀ, ਜਿਵੇਂ 420 ਦੀ ਹੋਗੀ ਜਾਂ ਸਪੋਜ਼ ਕਰੋ 182 ਦਾ ਪਰਚਾ ਹੁੰਦਾ, ਜਾਂ ਜਿਸ ਤਰ੍ਹਾਂ ਦੀ ਵੀ ਮਤਲਬ FIRs ਲੌਜ, ਜਿਸ ਤਰ੍ਹਾਂ ਦੇ ਵੀ ਆਫੈਂਸ ਕਮਿਟ ਕਰਦੇ ਨੇ ਉਸੇ ਤਰ੍ਹਾਂ ਦਾ ਇੱਕ FIR ਲੌਜ ਹੋਏਗੀ, ਉਹ ਚਲਾਨ ਪੇਸ਼ ਹੋਏਗਾ, ਚਲਾਨ ਪੇਸ਼ ਹੋਣ ਤੋਂ ਬਾਅਦ ਪ੍ਰੋਸੀਕਿਊਸ਼ਨ ਐਵੀਡੈਂਸ, ਡਿਫੈਂਸ ਐਵੀਡੈਂਸ, ਆਫਟਰ ਦੈਟ ਜਾ ਕੇ ਆਰਗੂਮੈਂਟਸ, ਦੈਨ ਜੋ ਵੀ ਕਨਵਿਕਸ਼ਨ ਜਾਂ ਇਕੁਇਟਲ ਜੋ ਵੀ ਹੈ ਉਹ ਡਿਸੀਜਨ ਆਉਂਦਾ ਹੈ। ਜੀ, ਅਖੀਰ ਦੇ ਵਿੱਚ ਮੈਂ ਚਾਹਾਂਗਾ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਤੁਹਾਡਾ ਲੰਮਾ ਐਕਸਪੀਰੀਅੰਸ ਹੈ, ਭਾਵੇਂ ਲੜਕੀਆਂ ਹੋਣ ਜਿਹੜੀਆਂ ਕੇਸ ਪਾਉਂਦੀਆਂ ਨੇ ਇਹੋ ਜਿਹੇ, ਜਾਂ ਲੜਕੇ ਹੋਣ, ਦੋਵੇਂ ਧਿਰਾਂ ਦੇ ਵਾਸਤੇ ਕੋਈ ਸੁਨੇਹਾ ਜਿਹੜਾ ਉਹਨਾਂ ਨੂੰ ਮਤਲਬ ਕਿ ਸਮਝ ਆ ਜਾਵੇ ਇਸ ਗੱਲ ਦੀ ਕਿ ਇਸ ਵਿੱਚ ਪਿਆ ਕੁਝ ਨਹੀਂ, ਸਿਰਫ ਖੱਜਲ ਖੁਆਰੀ ਹੈ, ਬਾਅਦ ਦੇ ਵਿੱਚ ਆਪਣਾ ਫਿਊਚਰ ਖਰਾਬ, ਦੂਜੇ ਪਰਿਵਾਰ ਦਾ ਵੀ ਖਰਾਬ। ਦੇਖੋ ਸੁਖਵਿੰਦਰ ਜੀ, ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗੀ, ਜਦੋਂ ਤੁਸੀਂ ਵਿਆਹ ਦੇ ਕਿਸੇ ਪਵਿੱਤਰ ਬੰਧਨ ਦੇ ਵਿੱਚ ਬੰਨਦੇ ਹੋ ਤਾਂ ਕੋਸ਼ਿਸ਼ ਕਰੋ ਕਿ ਥੋੜੀ ਦੋਨੋਂ ਧਿਰਾਂ ਇੱਕ ਦੂਜੇ ਦੀ ਇੱਜ਼ਤ ਕਰੋ, ਪਿਆਰ ਮੁਹੱਬਤ ਨਾਲ ਰਹੋ। ਅੱਜ ਜੇ ਅਸੀਂ ਕਰੀਏ ਕਿ ਮਰਦ ਉੱਪਰ ਹੈ ਜਾਂ ਔਰਤ ਨੀਵੀਂ ਹੈ, ਐਸਾ ਵੀ ਕੁਝ ਨਹੀਂ ਹੈ। ਦੋਨੋਂ ਰਲ ਮਿਲ ਕੇ ਅਗਰ ਘਰ ਚਲਾਉਣ ਤੇ ਰਲ ਮਿਲ ਕੇ ਇੱਕ ਦੂਜੇ ਨੂੰ ਸਮਝਣ ਤਾਂ ਬਹੁਤ ਆਰਾਮ ਨਾਲ ਸਮੂਥਲੀ ਲਾਈਫ ਚੱਲ ਸਕਦੀ ਹੈ। ਬਟ ਜੇ ਮਾਪਿਓ ਦੀ ਇੰਟਰਫੇਰੈਂਸ ਰਹੇਗੀ ਜਾਂ ਤੁਸੀਂ ਕੁਝ ਬੁਰੀਆਂ ਆਦਤਾਂ, ਜਿਵੇਂ ਕਹਿ ਲਓ ਨਸ਼ਾ ਜਾਂ ਕੁਝ ਇਹੋ ਜਿਹੇ ਜਗ੍ਹਾ ਤੇ ਵਿਚਰੋਗੇ ਜਿਹੜੇ ਕਿ ਤੁਹਾਡੇ ਪਰਿਵਾਰ ਲਈ ਸਹੀ ਨਹੀਂ ਹੈ, ਤਾਂ ਪਰਿਵਾਰਾਂ ਦੇ ਖਤਰਾ ਹੋ ਸਕਦਾ। ਤਾਂ ਮੈਂ ਇਹ ਕਹਾਂਗੀ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ ਤਾਂ ਅਸੀਂ ਮੁੜ ਤੋਂ ਉਹੀ ਪਰਿਵਾਰ, ਜਿਵੇਂ ਸਾਡੇ ਭਾਰਤੀ ਸੱਭਿਆਚਾਰ ਸੀਗਾ, ਅਸੀਂ ਉਸੇ ਪਰਿਵਾਰਾਂ ਦੇ ਵਿੱਚ ਜਿਵੇਂ ਜੁਆਇੰਟ ਫੈਮਿਲੀਜ਼ ਦੇ ਵਿੱਚ ਰਹਿੰਦੇ ਸੀ, ਜਾਂ ਮੀਆਂ ਵੀ। ਤਲਾਕ ਤਾਂ ਬਹੁਤ ਵੈਸਟਰਨ ਕਲਚਰ ਬਹੁਤ ਬਾਅਦ 'ਚੋਂ ਸਾਡੇ ਕੋਲ ਆਇਆ, ਪਰ ਅੱਜ ਮੇਰੇ ਖਿਆਲ ਨਾਲ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ, ਤੇ ਸਾਨੂੰ ਇਸ ਰੁਝਾਨ ਨੂੰ ਜਿੰਨੀ ਹੋ ਸਕੇ ਘਟਾਉਣਾ ਚਾਹੀਦਾ ਹੈ। ਜੀ, ਸ਼ੁਕਰੀਆ ਮੈਡਮ। ਐਡਵੋਕੇਟ ਰੁਪਿੰਦਰਪਾਲ ਕੌਰ ਸਾਡੇ ਨਾਲ ਮੌਜੂਦ ਸਨ। ਮੈਡਮ ਨੇ ਬੜੀ ਵਿਸਥਾਰ ਦੇ ਨਾਲ ਦੱਸਿਆ, ਸਮਝ ਗਏ ਹੋਣਗੇ ਸਾਰੇ ਕਿ ਨੁਕਸਾਨ ਜਿਹੜਾ ਆ ਉਹ ਕਿਤੇ ਨਾ ਕਿਤੇ ਲੰਮੇ ਸਮੇਂ ਦੇ ਲਈ ਭੁਗਤਣਾ ਪੈਂਦਾ ਹੈ, ਲੰਮਾ ਚਿਰ ਚੱਲਦਾ। ਇਸ ਕਰਕੇ ਜ਼ਰੂਰਤ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝੋ। ਅਸੀਂ ਇਹ ਪ੍ਰੋਗਰਾਮ ਇਸ ਕਰਕੇ ਸ਼ੁਰੂ ਕੀਤਾ ਹੈ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚੇ। ਪਹਿਲੀ ਗੱਲ ਤਾਂ ਤੁਹਾਡਾ ਵਾਹ ਵਾਸਤਾ ਪਏ ਨਾ ਅਜਿਹੇ ਕੇਸਾਂ ਦੇ ਨਾਲ, ਪਰ ਜੇਕਰ ਪੈਂਦਾ ਤਾਂ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਅਧਿਕਾਰ ਕੀ ਨੇ, ਤੁਸੀਂ ਕਿਸ ਤਰ੍ਹਾਂ ਕਿੱਥੇ ਜਾ ਕੇ ਅਪੀਲ ਕਰ ਸਕਦੇ ਹੋ। ਇਹ ਨਾ ਹੋਵੇ ਕਿ ਤੁਸੀਂ ਖੱਜਲ ਖੁਆਰ ਹੋਵੋ, ਕਿਸੇ ਚੰਗੇ ਵਕੀਲ ਕੋਲ ਸਲਾਹ ਲਓ, ਚੰਗੇ ਵਕੀਲ ਦੀ ਸਲਾਹ ਲੈ ਕੇ ਤਾਂ ਹੀ ਇਹੋ ਜਿਹੇ ਰਾਹ ਦੇ ਵਿੱਚ ਪੈਣਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ, ਕਈ ਵਾਰੀ ਇਦਾਂ ਵੀ ਹੁੰਦਾ ਕਿ ਕੋਈ ਨਾ ਕੋਈ ਅਜਿਹੀ ਸਲਾਹ ਦੇ ਦਿੰਦਾ ਕਿ ਬੰਦੇ ਭਟਕ ਜਾਂਦੇ ਨੇ, ਬਾਅਦ ਦੇ ਵਿੱਚ ਉਹਨਾਂ ਨੂੰ ਕੋਰਟ ਕਚਹਿਰੀਆਂ ਵਿੱਚ ਕਈ ਵਾਰੀ ਕੋਈ ਇਦਾਂ ਵੀ ਕਹਿ ਦਿੰਦਾ ਕਿ ਜਿਵੇਂ ਮੈਡਮ ਨੇ ਦੱਸਿਆ ਕਿ ਤੇਰਾ ਇੱਕ ਅੱਧੇ ਦਿਨ 'ਚ ਅਸੀਂ ਤਲਾਕ ਕਰਾ ਦਿੰਦੇ ਆ। ਫਸ ਜਾਂਦੇ ਨੇ ਲੋਕ। ਸੋ ਫਸਣਾ ਨਹੀਂ, ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਸਮਝਣ ਦੀ ਜ਼ਰੂਰਤ ਹੈ। ਪੜ੍ਹੋ, ਸਮਝੋ, ਸੁਣੋ, ਅਜਿਹੇ ਪ੍ਰੋਗਰਾਮਾਂ ਨੂੰ ਚੰਗੀ ਤਰ੍ਹਾਂ ਸੁਣੋ, ਇੱਕ ਵਾਰ ਨਹੀਂ ਕਈ ਵਾਰ ਸੁਣੋ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਸ ਦੇ ਨਾਲ ਤੁਹਾਡੇ ਅਧਿਕਾਰ ਕੀ ਨੇ, ਤੁਸੀਂ ਕਿਸ ਤਰ੍ਹਾਂ ਜਾ ਕੇ ਅਪੀਲ ਕਿੱਥੇ ਕਰ ਸਕਦੇ ਹੋ। ਉਸ ਤੋਂ ਬਾਅਦ ਹੀ ਕੋਈ ਕਦਮ ਪੁੱਟੋ। ਸੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਅਗਲੇ ਹਫਤੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਕਿਸੇ ਨਵੀਂ ਧਾਰਾ ਦੇ ਉੱਤੇ, ਨਵੇਂ ਕੇਸ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ ਵੀ ਅਸੀਂ ਕੇਸ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿ ਕਿਸ ਤਰ੍ਹਾਂ ਕਿਵੇਂ ਕਿੱਥੋਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ, ਕਿਵੇਂ ਕਿਹੜਾ ਕਾਨੂੰਨ ਜਿਹੜਾ ਉਹ ਕਿੰਨਾ ਘਾਤਕ ਤੁਹਾਡੇ ਲਈ ਸਾਬਤ ਹੋ ਸਕਦਾ ਹੈ। ਅਲੱਗ-ਅਲੱਗ ਧਾਰਾ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਾਂਗੇ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਤੁਸੀਂ ਆਪਣੇ ਵਿਚਾਰ ਜਿਹੜੇ ਕਮੈਂਟ ਕਰਕੇ ਰੱਖ ਸਕਦੇ ਹੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।